मैं भी बोला कुछ तू ही कुछ कह अखियां दे सामने रह। ਮੈਨੂੰ ਇੰਟਰਵਿਊ ਤੋਂ ਪਹਿਲਾਂ ਦੱਸਿਆ ਵੀ ਤੁਸੀਂ ਇੰਗਲੈਂਡ ਗਏ ਸੀ ਤੇ ਫਿਰ ਵਾਪਸ ਸੱਚੀ ਮਿਊਜ਼ਿਕ ਕਰਕੇ ਆ ਗਏ। ਹਰ ਵੇਲੇ ਸੋਚਦੀ ਆ ਕਿ ਮੈਂ ਬੈਕ ਸਟੇਜ ਬਹੁਤ ਸਾਲ ਤੋਂ ਕੰਮ ਕਰ ਰਹੀ ਹਾਂ ਮਿਊਜ਼ਿਕ 'ਚ। ਆਲਦੋ ਮੇਰੇ ਘਰ ਨਹੀਂ ਸੀ ਕਿਸੇ ਨੂੰ ਪਤਾ, ਪਰ ਮੈਂ ਕਦੀ ਕਿਸੇ ਆਰਟਿਸਟ ਨਾਲ ਕੰਮ ਕੀਤਾ, ਕਦੀ ਕਿਸੇ ਆਰਟਿਸਟ ਨਾਲ ਕੰਮ ਕੀਤਾ ਬੈਕ ਸਟੇਜ। ਜਿੰਨੀ ਵੀ ਦੁਨੀਆ ਉੱਥੇ ਜਾਂਦੀ ਹੈ ਨਾ ਉਸ ਰੰਗ 'ਚ ਰੰਗੀ ਜਾਂਦੀ ਹੈ। ਤੁਸੀਂ ਨਹੀਂ ਰੰਗੇ ਗਏ, ਤੁਸੀਂ ਆਪਣੇ ਰੰਗ 'ਚ ਵਾਪਸ ਆ ਗਏ। ਦੈਟਸ ਗ੍ਰੇਟ। ਮੈਂ ਪਹਿਲਾਂ ਹੀ ਰੰਗੀ ਹੋਈ ਸੀ ਮੈਂ ਪਹਿਲਾਂ ਹੀ ਰੰਗੀ ਹੋਈ ਸੀ। ਚਾਂਦਨੀਆਂ ਰਾਤਾਂ ਵਿੱਚ ਧੁੱਪ ਬਰਸਾਤਾਂ ਵਿੱਚ ਹਰ ਵੇਲੇ ਸੋਚਦੀ ਆ ਤੇਰੇ ਹੀ ਬਾਰੇ ਮੈਂ। ਆਉਣ ਵਾਲੇ ਟਰੈਕਸ ਦੀ ਵੀ ਗੱਲ ਕਰ ਲਈਏ ਵੀ ਲਾਈਨ ਅਪ ਕੀ ਹੈ। ਲਾਈਨ ਅਪ ਵੈਲ ਇਟਸ ਅ ਬਿਗ ਨਿਊਜ਼। ਕਿਆਂ ਦੀ ਆਪਾਂ ਕੀਤੀ ਸੀ ਲਿਰਿਕ ਵੀਡੀਓ, ਤੇ ਇਹ ਹੈਗਾ ਮੇਰਾ ਪਹਿਲਾ ਮਿਊਜ਼ਿਕ ਵੀਡੀਓ ਪ੍ਰੋਜੈਕਟ। ਸੁੱਖ ਨਾਲ ਐਕਟਿੰਗ ਦੇ ਵੀ ਆਪਾਂ ਵੱਟ ਕੱਢੇ ਆ। ਮੇਰੇ ਖਿਆਲ ਨਾਲ 9ਵੀਂ 'ਚ ਮੈਂ ਪਹਿਲਾ ਗਾਣਾ ਲਿਖਿਆ ਸੀਗਾ ਮੇਰੇ ਖਿਆਲ ਨਾਲ, ਤੇ ਮੈਂ ਗਿਟਾਰ ਫੜਿਆ ਤੇ ਮੰਮੀ ਨੂੰ ਸੁਣਾਇਆ। ਮੈਂ ਕਿਹਾ ਮੰਮੀ ਇਹ ਕਿਸੇ ਹੋਰ ਦਾ ਤਾਂ ਨਹੀਂ ਮੈਂ ਗੁਣਗੁਣਾਈ ਜਾਨੀ। ਅੱਖੀਆਂ ਦੇ ਸਾਹਮਣੇ ਰਹਿ ਮੈਂ ਵੀ ਬੋਲਾਂ ਕੁਝ ਤੂੰ ਵੀ ਕੁਝ ਕਹਿ। ਪਾਪਾ ਕਹਿੰਦੇ ਸੀ ਚੰਗੇ ਘਰਾਂ ਦੀਆਂ ਕੁੜੀਆਂ ਨਹੀਂ ਕਰਦੀਆਂ, ਬਟ ਮੈਂ ਉਹਨਾਂ ਨੂੰ ਕੀ ਦੱਸਦੀ ਕਿ ਮੈਂ ਫੇਮ ਪਿੱਛੇ ਨਹੀਂ, ਨਾ ਮੈਂ ਪੈਸੇ ਪਿੱਛੇ ਭੱਜ ਰਹੀ। ਇਹ ਚੀਜ਼ ਮੇਰੇ ਅੰਦਰੋਂ ਆ ਰਹੀ, ਮੈਂ ਕੀ ਕਰਾਂ। ਤੁਸੀਂ ਮੰਨੋਗੇ ਮੇਰੇ ਫਸਟ ਟਰੈਕ ਤੋਂ ਪਹਿਲਾਂ ਮੈਂ 70 ਸੌਂਗਸ ਲਿਖੇ ਹੋਏ ਆ, ਜਿਹੜੀਆਂ ਬਚਪਨ ਤੋਂ ਦੁਆਵਾਂ ਮੰਗੀਆਂ ਉਹ ਮੇਰੀਆਂ ਸੁਣੀਆਂ ਗਈਆਂ ਇਸੇ ਵੇ ਵਿੱਚ ਕਿ ਮੈਨੂੰ ਇੰਨੇ ਸਪੋਰਟਿਵ ਤੇ ਇੰਨੇ ਪੁਸ਼ਿੰਗ ਹਸਬੈਂਡ ਮਿਲੇ ਆ। ਇਹ ਨਾ ਅੰਦਰੋਂ ਬੁੜਕ ਕੇ ਇੱਕ ਸਵਾਲ ਨਿਕਲ ਰਿਹਾ ਵੀ ਜੇ ਸਾਰੇ ਗਾਉਂਦੇ ਸੀ ਤੇ ਫਿਰ ਫਿਜ਼ੀਓਥੈਰੇਪਿਸਟ ਕਿਉਂ ਬਣ ਗਏ ਤੁਸੀਂ? ਫਿਜ਼ੀਓਥੈਰੇਪਿਸਟ ਤਾਂ ਕਿ ਸੁੱਖ ਨਾਲ ਮੇਰਾ ਦਿਮਾਗ ਵੀ ਸੀਗਾ, ਮੇਰਾ ਪ੍ਰੋਡਕਸ਼ਨ ਵੱਲ ਇੰਨਾ ਧਿਆਨ ਨਹੀਂ ਸੀਗਾ, ਤੇ ਨਾ ਹੀ ਦੱਸਾਂ ਇੰਨਾ ਹੈ ਵੀ ਨਹੀਂਗਾ। ਅਦਰ ਪ੍ਰੋਡਿਊਸਰਸ ਜਿਨ੍ਹਾਂ ਨਾਲ ਮੈਂ ਕੰਮ ਕਰਦੀ ਹਾਂ ਮੈਂ ਉਹਨਾਂ ਨੂੰ ਦੱਸ ਦਿੰਦੀ ਹਾਂ, ਕਿਤੇ ਕਿਤੇ ਮੈਲੋਡੀਜ਼ ਬਣਾ ਕੇ ਭੇਜ ਦਿੰਦੀ ਹਾਂ, ਤਾਂ ਕਰਕੇ ਪ੍ਰੋਡਕਸ਼ਨ ਕਰਦੀ ਹਾਂ। ਮੇਰੀ ਤਰਸੀਆਂ ਬਾਹਾਂ ਮੇਰੇ ਕੋਲ ਤਾਂ ਕੁਝ ਦੇਰ ਪੈ ਅੱਖੀਆਂ ਦੇ ਸਾਹਮਣੇ ਰਹਿ। ਮੈਂ ਆਪਣੀ ਧੀ ਨੂੰ ਬੁਲੰਦੀਆਂ ਤੇ ਦੇਖਣਾ ਚਾਹੁੰਦੀ, ਟੌਪ ਤੇ ਦੇਖਣਾ ਚਾਹੁੰਦੀ ਹਾਂ। ਵਾਹਿਗੁਰੂ ਇਹਨੂੰ ਇੱਦਾਂ ਹੀ ਖੁਸ਼ੀਆਂ ਬਖਸ਼ਣ। ਹਰ ਕੰਮ ਤੋਂ ਸਪੋਰਟ ਕਰਾਂਗੇ, ਜਿੱਥੇ ਵੀ ਕਹੂਗੀ ਉੱਥੇ ਅਸੀਂ ਨਾਲ ਜਾਵਾਂਗੇ। ਕਹਿੰਦੇ ਨੇ ਕਿ ਪੰਜਾਬ ਦੇ ਵਿੱਚ 1 ਸਾਲ ਦੇ ਵਿੱਚ 6 ਲੱਖ ਬੱਚੇ ਆਇਲਸ ਦਾ ਪੇਪਰ ਦਿੰਦੇ ਨੇ। ਕਿਉਂ ਦਿੰਦੇ ਨੇ? ਬਾਹਰ ਜਾਣਾ ਚਾਹੁੰਦੇ ਨੇ, ਸੁਪਨੇ ਪੂਰੇ ਕਰਨੇ ਚਾਹੁੰਦੇ ਨੇ, ਜਨੂਨ ਹੈ ਉਹਨਾਂ 'ਚ ਕੁਝ ਕਰਨ ਦਾ। ਪਰ ਤੁਸੀਂ ਕਦੇ ਸੋਚਿਆ ਕਿ ਕੋਈ ਬਾਹਰੋਂ ਪੰਜਾਬ ਦੇ ਵਿੱਚ ਆ ਜਾਵੇ ਆਪਣੇ ਸੁਪਨੇ ਪੂਰੇ ਕਰਨ ਵਾਸਤੇ? ਜਨੂਨ ਇੰਗਲੈਂਡ ਤੋਂ ਪੰਜਾਬ 'ਚ ਲੈ ਆਵੇ? ਨਹੀਂ ਸੋਚਿਆ ਹੋਣਾ। ਅੱਜ ਇਹੋ ਜਿਹੇ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਹੜਾ ਪੰਜਾਬ ਤੋਂ ਇੰਗਲੈਂਡ ਜਾਂਦਾ, ਉੱਥੇ ਜਾ ਕੇ ਉਹਨੂੰ ਲੱਗਦਾ ਨਹੀਂ ਇੱਥੇ ਨਹੀਂ ਰਹਿਣਾ, ਮੇਰੇ ਸੁਪਨੇ ਪੂਰੇ ਨਹੀਂ ਹੋਣੇ, ਮੇਰਾ ਜਨੂਨ ਕੁਝ ਹੋਰ ਹੈ, ਮੈਂ ਪੰਜਾਬ ਜਾਣਾ ਹੈ, ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਪੇਸ਼ੇ ਦੇ ਵਿੱਚ ਫਿਜ਼ੀਓਥੈਰੇਪਿਸਟ ਨੇ, ਜਨੂਨ ਹੈ ਗਾਉਣ ਦਾ, ਕੰਬੀਨੇਸ਼ਨ ਬਣਦਾ ਕੋਈ ਨਹੀਂ। ਕਿੰਨੇ ਸਪੋਰਟ ਕੀਤਾ, ਕਿੰਨੇ ਨਹੀਂ ਕੀਤਾ, ਜਾਣਾਂਗੇ ਉਹਨਾਂ ਦੇ ਕੋਲੋਂ। ਤੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਪੌਵੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਪੌਵੀ, ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਤੇ। ਕੀ ਹਾਲ ਨੇ? ਬਹੁਤ ਵਧੀਆ ਨੇ। ਸ਼ੁਰੂਆਤ ਕਰਦੇ ਹਾਂ ਉੱਥੋਂ ਹੀ ਜਿਹੜੀ ਮੈਂ ਹੁਣੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਦੀ ਸੀ ਵੀ ਕੰਬੀਨੇਸ਼ਨ ਪਤਾ ਨਹੀਂ ਕਿਵੇਂ ਬਣ ਗਿਆ, ਫਿਜ਼ੀਓਥੈਰੇਪਿਸਟ, ਮਿਊਜ਼ਿਕ। ਯਾ ਹਾਂਜੀ ਐਕਚੁਅਲੀ ਗਾਣ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀਗਾ। ਆਈ ਥਿੰਕ ਇਹ ਉਹਨਾਂ ਚੀਜ਼ਾਂ ਵਿੱਚ ਇੱਕ ਆ ਜਿਹੜੀ ਮੈਂ ਕਹਿ ਲਓ ਮੰਮੀ ਦੀ ਕੁੱਖ ਨਹੀਂ ਕਹਿੰਦੇ, ਮਾਂ ਦੀ ਕੁੱਖ ਵਿੱਚੋਂ ਹੀ ਬੰਦਾ ਸਿੱਖ ਕੇ ਆਉਂਦਾ। ਸੋ ਯਾ ਕਾਈਂਡ ਆਫ ਮੰਮੀ ਦੀ ਕੁੱਖ 'ਚੋਂ ਹੀ ਸਿੱਖ ਕੇ ਆਈ ਸੀਗੀ। ਮੇਰੇ ਮੰਮਾ ਹਾਂਜੀ ਉਹਨਾਂ ਨੇ ਆਪਣੀ ਬੈਚਲਰਸ ਵੀ ਮਿਊਜ਼ਿਕ 'ਚ ਕੀਤੀ, ਮਾਸਟਰਸ ਵੀ ਮਿਊਜ਼ਿਕ 'ਚ ਕੀਤੀ, ਅਤੇ ਕੀ ਕਹਿੰਦੇ ਨੇ ਸੋ ਮੰਮੀ ਵੀ ਗਾਉਂਦੇ ਨੇ। ਉੱਪਰੋਂ ਮੇਰੇ ਗ੍ਰੈਂਡਫਾਦਰ, ਸਾਡੇ ਪਾਪਾ ਜੀ, ਉਹ ਪਾਕਿਸਤਾਨ ਦੇ ਟਾਈਮ ਤੋਂ ਸੌਂਗ ਰਾਈਟਿੰਗ ਗਾਣੇ ਲਿਖਦੇ ਸੀਗੇ। ਲਿਖਦੇ ਇੱਥੇ ਆ ਗਏ ਪੰਜਾਬ ਵਿੱਚ। ਅਤੇ ਫਿਰ ਮੇਰੇ ਤਾਇਆ ਜੀ ਉਹ ਪੋਇਟ ਨੇ, ਨੈਸ਼ਨਲ ਪੋਇਟ ਨੇ, ਉਹ CBSE ਦੀਆਂ ਬੁੱਕਸ 'ਚ ਪੋਇਮਸ ਲਿਖਦੇ ਨੇ। ਸੋ ਆਈ ਥਿੰਕ ਇਹ ਚੀਜ਼ ਫਿਰ ਮੇਰੇ ਵੱਡੇ ਭਾਜੀ ਵੀ ਲਿਖਦੇ ਨੇ। ਆਈ ਥਿੰਕ ਇਹ ਚੀਜ਼ਾਂ ਅੱਗੇ ਵੀ ਜਾਣਗੀਆਂ ਅਤੇ ਪਿੱਛੋਂ ਵੀ ਆਈਆਂ ਨੇ। ਇਹ ਨਾ ਅੰਦਰੋਂ ਬੁੜਕ ਕੇ ਇੱਕ ਸਵਾਲ ਨਿਕਲ ਰਿਹਾ ਜੀ। ਗਾਉਂਦੇ ਸੀ ਤੇ ਫਿਰ ਫਿਜ਼ੀਓਥੈਰੇਪਿਸਟ ਕਿਉਂ ਬਣ ਗਏ ਤੁਸੀਂ? ਫਿਜ਼ੀਓਥੈਰੇਪਿਸਟ ਤਾਂ ਕਿ ਸੁੱਖ ਨਾਲ ਮੇਰਾ ਦਿਮਾਗ ਵੀ ਸੀਗਾ ਉੱਦਾਂ ਵੀ। ਕੀ ਕਹਿੰਦੇ ਆ, ਮੈਂ ਮੈਥਸ ਵਿੱਚ ਟੌਪਰ ਰਹੀ ਹਾਂ 10th ਤੱਕ, ਮੇਰੇ ਬਹੁਤ ਸੋਹਣੇ ਸਕੋਰ ਆਏ ਆ। ਬਟ ਸਾਰਿਆਂ ਨੂੰ ਇਹ ਸੀ ਸ਼ਾਇਦ ਨੋਨ ਮੈਡੀਕਲ ਕਰੂਗੀ, ਪਰ ਫਿਰ ਮੇਰਾ ਮੈਡੀਕਲ ਵੱਲ ਨੂੰ ਪਤਾ ਨਹੀਂ ਕਿੱਦਾਂ, ਜਿੱਦਾਂ ਕਹਿੰਦੇ ਰੱਬ ਵੱਲੋਂ ਇਸ਼ਾਰਾ ਸੀ ਅਤੇ ਮੈਂ ਇੱਧਰ ਮੈਡੀਕਲ ਵੱਲ ਆ ਗਈ।
ਤੇ ਫਿਜ਼ੀਓਥੈਰੇਪਿਸਟ ਵੀ ਮੈਂ ਇੰਨੀ ਕੁ ਕੱਚੀ ਪੱਕੀ ਸੀ, ਮੈਨੂੰ ਪਤਾ ਨਹੀਂ ਸੀ ਮੈਂ ਡਾਕਟਰ ਬਣਨਾ ਚਾਹੁੰਦੀ ਆ। ਪਹਿਲਾਂ ਮੈਂ ਕੋਈ ਹੋਰ ਸਬਜੈਕਟ ਰੱਖ ਲਏ ਮੈਡੀਕਲ ਦੇ, ਅੱਛਾ। ਫਿਰ ਜਾ ਕੇ ਆਈ ਵਾਸ ਲਾਈਕ ਨੋ, ਮੈਂ ਡਾਕਟਰ ਹੀ ਬਣਨਾ ਹੈ। ਫਿਰ ਮੈਂ ਕਿਹਾ ਫਿਜ਼ੀਓਥੈਰੇਪੀ ਕਰਕੇ ਦੇਖ ਲੈਂਦੇ ਆ, ਜੇ ਇਹਦਾ ਕੁਝ ਬਣਿਆ ਤਾਂ ਠੀਕ ਆ। ਪਰ ਜਦੋਂ ਮੈਂ ਫਸਟ ਈਅਰ 'ਚ ਸਬਜੈਕਟਸ ਦੇਖੇ ਆਈ ਵਾਸ ਕੁਆਇਟ ਹੈਪੀ ਕਿ ਇਹ ਚੀਜ਼ ਮੈਨੂੰ ਪਸੰਦ ਹੈ। ਮਿਊਜ਼ਿਕ ਦਾ ਇੱਦਾਂ ਸੀ ਕਿ ਮੈਨੂੰ ਤਾਂ ਪਤਾ ਹੀ ਸੀ ਕਿ ਫਿਜ਼ੀਓਥੈਰੇਪੀ ਕਰ ਲਈ ਐਕਚੁਅਲੀ ਨਾ ਤੁਹਾਨੂੰ ਇੱਕ ਡਿਗਰੀ ਦੀ ਵੀ ਲੋੜ ਹੁੰਦੀ ਆ, ਯਾ ਨੋ ਮੈਟਰ ਵਟ ਯੂ ਡੂ। ਜੇ ਤੁਹਾਡੇ ਕੋਲ ਉਸ ਏਜ 'ਚ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਆ, ਠੀਕ ਆ। ਤੁਹਾਨੂੰ ਪੇਸ਼ੈਂਸ ਰੱਖ ਕੇ ਆਪਣੇ ਸ਼ੌਂਕ ਨੂੰ ਵੀ ਸ਼ੌਂਕ ਵਾਂਗ ਮੰਨਣਾ ਪੈਂਦਾ ਹੈ। ਦੈਨ ਤੁਹਾਨੂੰ ਇੱਕ ਪ੍ਰੈਕਟੀਕੈਲਿਟੀ ਵੀ ਦੇਖਣੀ ਪੈਂਦੀ ਹੈ ਕਿ ਲਾਈਫ ਵਿੱਚ ਕੁਝ ਚੀਜ਼ਾਂ ਜ਼ਰੂਰੀ ਆ ਫਿਊਚਰ ਨੂੰ ਦੇਖ ਕੇ। ਸੋ ਮੈਂ ਫਿਜ਼ੀਓਥੈਰੇਪੀ ਤਾਂ ਕੀਤੀ ਕਿ ਇਨ ਕੇਸ ਕੁਝ ਵੀ ਹੋਵੇ ਮੇਰੇ ਕੋਲ ਇੱਕ ਡਿਗਰੀ ਵੀ ਮੇਰੇ ਹੱਥ ਵਿੱਚ ਹੋਵੇ। ਹੁਣ ਕੀ ਕਰ ਰਹੇ ਹੋ? ਫਿਜ਼ੀਓਥੈਰੇਪਿਸਟ ਵੀ ਹੋ? ਜੀ 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 ਮੈਂ ਪ੍ਰੈਕਟਿਸ ਵੀ ਕਰਦੀ ਹਾਂ। ਆਲਦੋ ਮੈਂ ਪ੍ਰੈਕਟਿਸ ਥੋੜੀ ਜਿਹੀ ਘੱਟ ਕੀਤੀ ਕਿਉਂਕਿ ਮੇਰੇ ਸਿੰਗਲਸ ਆ ਰਹੇ ਆ, ਹੁਣ ਮੇਰੇ ਸੌਂਗਸ ਵੀ ਆ ਰਹੇ ਆ। ਤੋ ਯਾ ਪ੍ਰੈਕਟਿਸ ਵੀ ਕਰਦੀ ਹਾਂ ਮੈਂ। ਕਲੀਨਿਕ ਇੱਥੇ ਹੈਗਾ ਸਾਡਾ। ਫਿਜ਼ੀਓਥੈਰੇਪਿਸਟ ਨੂੰ ਥੋੜਾ ਜਿਹਾ ਪਿੱਛੇ ਕਰ ਦਈਏ, ਗੱਲ ਕਰਦੇ ਆ ਮਿਊਜ਼ਿਕ ਦੇ। ਕੀ ਸ਼ੌਂਕ ਹੈ? ਲਿਖਦੇ ਆ, ਗਾਉਂਦੇ ਆ, ਕੰਪੋਜ਼ ਕਰਦੇ ਆ, ਕੀ ਕਰ ਲੈਂਦੇ ਆ? ਤੇ ਹੁਣ ਤੱਕ ਕਿਹੜੇ ਪ੍ਰੋਜੈਕਟਸ ਤੇ ਕੰਮ ਕੀਤਾ ਹੈ? ਮੈਂ ਲਿਖਦੀ ਹਾਂ ਡੈਫੀਨੇਟਲੀ, ਯੈਸ। 11 ਸਾਲ ਹੋ ਗਏ ਮੈਨੂੰ ਲਿਖਦੇ ਆ, ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ। ਮੈਂ ਕਿਹਾ ਵਧੀਆ ਆ, ਕਰ ਲੈਂਦੇ ਆ, ਰਾਈਟ। ਸੋ ਲਿਖਣ ਦੇ ਨਾਲ ਕੰਪੋਜੀਸ਼ਨਸ ਵੀ ਮੇਰੇ ਮਾਈਂਡ 'ਚ ਬਣਦੀਆਂ ਸੀਗੀਆਂ ਤੇ ਕੰਪੋਜੀਸ਼ਨਸ ਬਣਦੀਆਂ ਸੀ। ਫਿਰ ਮੇਰੇ ਦਿਮਾਗ 'ਚ ਜਿੱਦਾਂ ਵੱਡੀ ਹੋਈ ਵਿਜ਼ਨਸ ਬਣਨ ਲੱਗ ਗਈਆਂ ਕਿ ਅੱਛਾ ਇਹਦੀ ਮਿਊਜ਼ਿਕ ਵੀਡੀਓ ਇੱਦਾਂ ਚਾਹੀਦੀ, ਇਹਦੀ ਕੰਪੋਜੀਸ਼ਨ ਜੇ ਇੰਨੀ ਡਰਾਮੈਟਿਕ ਹੈ, ਜੇ ਕੰਪੋਜੀਸ਼ਨ 'ਚ ਇੰਨੇ ਅਪਸ ਐਂਡ ਡਾਊਨਸ ਆ, ਤੇ ਇਹਦਾ ਮਿਊਜ਼ਿਕ ਵੀ ਇੱਦਾਂ ਦਾ ਚਾਹੀਦਾ। ਹਜੇ ਮੈਨੂੰ ਮਿਊਜ਼ਿਕ ਦੀ ਸੈਂਸ ਨਹੀਂ ਸੀ, ਪ੍ਰੋਡਕਸ਼ਨ ਦੀ ਸੈਂਸ ਨਹੀਂ ਸੀ, ਕੰਪਿਊਟਰ 'ਤੇ ਕੰਮ ਕਰਨ ਦੀ ਉਸ ਵੇਲੇ ਨਹੀਂ ਸੀਗੀ। ਤੇ ਇਸੇ ਕਰਕੇ ਆਈ ਥਿੰਕ ਉਹ ਮਿਊਜ਼ਿਕ ਵੱਲ, ਫਿਰ ਮੈਂ ਪ੍ਰੋਡਕਸ਼ਨ ਵੱਲ ਵੀ ਹੋਈ ਥੋੜ੍ਹਾ ਜਿਹਾ। ਮੈਂ ਕਿਹਾ ਪ੍ਰੋਡਕਸ਼ਨ ਵੀ ਕਰਕੇ ਦੇਖਦੇ ਹਾਂ। ਸੋ ਪ੍ਰੋਡਕਸ਼ਨ ਕੀਤੀ। ਉਹ ਜਿਹੜੇ ਆਈ ਥਿੰਕ ਤੁਸੀਂ ਆਪਣੇ ਆਪ ਨੂੰ ਈਅਰ ਟ੍ਰੇਨਿੰਗ ਕਹਿੰਦੇ ਮਿਊਜ਼ਿਕ 'ਚ ਉਹਨੂੰ, ਕਿ ਤੁਸੀਂ ਈਅਰ ਟ੍ਰੇਨਿੰਗ ਕਰਦੇ ਹੋ ਕਿੰਨੇ ਸਾਲ। ਜਿਹੜਾ ਮਿਊਜ਼ਿਕ ਵੱਲ ਬੱਚਾ ਜਾਂਦਾ ਹੈ ਨਾ, ਉਹਦੀ ਈਅਰ ਟ੍ਰੇਨਿੰਗ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ। ਉਹ ਸੁਣਦਾ ਹੀ ਉਸ ਤਰ੍ਹਾਂ ਆ, ਉਹ ਕੰਪੋਜੀਸ਼ਨਸ ਵੀ ਉਸ ਤਰ੍ਹਾਂ ਸੁਣਦਾ ਆ, ਤੇ ਉਹ ਮਿਊਜ਼ਿਕ ਦੇ ਪਾਰਟੀਕਲਸ ਨਿੱਕੇ ਐਲੀਮੈਂਟਸ ਕੀ ਨੇ ਉਹ ਆਪੇ ਹੀ ਉਸ ਤਰ੍ਹਾਂ ਸੁਣਦਾ। ਸੋ ਮੈਂ ਜਦੋਂ ਪ੍ਰੋਡਕਸ਼ਨ ਵੱਲ ਗਈ ਤੇ ਆਈ ਵਾਸ ਲਾਈਕ ਇਹ ਤਾਂ ਮੈਨੂੰ ਪਹਿਲਾਂ ਹੀ ਆਉਂਦਾ ਆ, ਕਿਉਂਕਿ ਉਹ ਈਅਰ ਟ੍ਰੇਨਿੰਗ ਹੋਈ ਪਈ ਸੀ ਸਟਰੋਂਗ। ਸੋ ਯਾ ਮੈਨੂੰ ਟਾਈਮ ਲੱਗਿਆ। ਆਈ ਵਾਜ਼ਨਟ ਵੈਰੀ ਸਟਰੋਂਗ, ਮੇਰਾ ਪ੍ਰੋਡਕਸ਼ਨ ਵੱਲ ਇੰਨਾ ਧਿਆਨ ਨਹੀਂ ਸੀਗਾ, ਤੇ ਨਾ ਹੀ ਦੱਸਾਂ ਇੰਨਾ ਹੈ ਵੀ ਨਹੀਂਗਾ। ਬਟ ਮੈਨੂੰ ਗਾਈਡ ਕਰਨਾ ਅਦਰ ਪ੍ਰੋਡਿਊਸਰਸ ਜਿਨ੍ਹਾਂ ਨਾਲ ਮੈਂ ਕੰਮ ਕਰਦੀ ਹਾਂ, ਮੈਂ ਉਹਨਾਂ ਨੂੰ ਦੱਸ ਦਿੰਦੀ ਹਾਂ। ਕਿਤੇ ਮੈਂ ਉਹਨਾਂ ਨੂੰ ਸੈਂਪਲਸ ਬਣਾ ਕੇ ਭੇਜ ਦਿੰਦੀ ਹਾਂ, ਕਿਤੇ ਮੈਲੋਡੀਜ਼ ਬਣਾ ਕੇ ਭੇਜ ਦਿੰਦੀ ਹਾਂ, ਤਾਂ ਕਰਕੇ ਪ੍ਰੋਡਕਸ਼ਨ ਕਰਦੀ ਹਾਂ। ਉਸ ਤੋਂ ਇਲਾਵਾ ਸੌਂਗ ਰਾਈਟਿੰਗ, ਕੰਪੋਜੀਸ਼ਨਸ, ਫਿਰ ਸਿੰਗਿੰਗ, ਤੇ ਯਾ ਇਹ 3-4 ਮਿਊਜ਼ਿਕ 'ਚ ਜਿਹੜੇ ਐਲੀਮੈਂਟਸ ਉਹ ਮੈਂ ਕਰ ਲੈਂਦੀ ਹਾਂ। ਵੀਡੀਓ ਵੱਲ ਵੀ ਥੋੜ੍ਹੀ ਹੌਲੀ ਜਾ ਰਹੀ ਹੈ, ਸ਼ੌਂਕ ਤਾਂ ਬੜੇ ਹੈਗੇ ਆ। ਥੋੜਾ ਜਿਹਾ ਪਿੱਛੇ ਲੈ ਕੇ ਜਾਨੀ ਤੁਹਾਨੂੰ। ਜੀ। ਤੁਸੀਂ ਮੈਨੂੰ ਇੰਟਰਵਿਊ ਤੋਂ ਪਹਿਲਾਂ ਦੱਸਿਆ ਵੀ ਤੁਸੀਂ ਇੰਗਲੈਂਡ ਗਏ ਸੀ। ਜੀ ਜੀ ਜੀ। ਕਦੋਂ ਗਏ ਸੀ? ਕਿੰਨਾ ਕੁ ਚਿਰ ਰਹੇ? ਤੇ ਫਿਰ ਵਾਪਸ ਸੱਚੀ ਮਿਊਜ਼ਿਕ ਕਰਕੇ ਹੀ ਆ ਗਏ? ਬਿਲਕੁਲ। ਐਕਚੁਅਲੀ ਮੇਰਾ ਕੋਈ ਪਲਾਨ ਨਹੀਂ ਸੀਗਾ। ਮੈਂ LPU ਤੋਂ ਪੜ੍ਹ ਰਹੀ ਸੀਗੀ ਫਿਜ਼ੀਓਥੈਰੇਪੀ, ਤੇ ਅਚਾਨਕ ਹੀ ਜਾ ਕੇ ਜਿਹੜੀ ਚੀਜ਼ ਅੱਜ ਤੱਕ ਨਹੀਂ ਸੀ ਹੋਈ ਉਹ ਉਸ ਸਾਲ ਹੋਈ, ਤਾਂ ਮੇਰੇ ਖਿਆਲ ਨਾਲ ਉਸ ਸਾਲ ਤੋਂ ਬਾਅਦ ਵੀ ਨਹੀਂ ਹੋਈ। ਓਕੇ। ਕੀ ਹੋਇਆ, ਉਸੇ ਸਾਲ ਸਾਨੂੰ ਆਫਰ ਆਈ ਕਿ ਇੱਦਾਂ ਯੂਨੀਵਰਸਿਟੀ ਹੈ, ਟੀ-ਸਾਈਡ ਯੂਨੀਵਰਸਿਟੀ ਇੰਗਲੈਂਡ 'ਚ ਹੈਗੀ ਆ, ਤੇ ਉਹਨਾਂ ਦੇ ਬੱਚੇ ਇੱਧਰ ਆਏ ਸੀ, 5 ਬੱਚੇ LPU। ਓਕੇ। ਤੇ ਉਹਨਾਂ ਨੇ ਕਿਹਾ ਕਿ ਇੱਦਾਂ ਆਪਣੇ ਵੱਲੋਂ ਵੀ ਕਿਸੇ ਨੇ ਜਾਣਾ ਆ। ਸੋ ਕੌਣ ਇੰਟਰਸਟਿਡ ਆ, ਕਿੱਦਾਂ ਸਿਸਟਮ ਆ। ਫਿਰ ਉਹਨਾਂ ਨੇ ਗ੍ਰੇਡਿੰਗ ਵੀ ਦੇਖੀ, ਮਾਰਕਸ ਵੀ ਦੇਖੇ। ਤੇ ਸੋ ਯਾ 2018 'ਚ ਮੈਂ ਗਈ। ਮੇਰਾ ਫਾਈਨਲ ਈਅਰ ਹੀ ਸੀਗਾ ਉਦੋਂ ਰਹਿੰਦਾ। ਤੇ ਫਿਰ ਉਹਨਾਂ ਨੇ ਕਿਹਾ ਕਿ ਫਾਈਨਲ ਈਅਰ ਹੀ ਕਰਨਾ, ਕਿਉਂਕਿ ਇਟ ਵਾਸ ਕ੍ਰੈਡਿਟ ਟ੍ਰਾਂਸਫਰ, ਕ੍ਰੈਡਿਟਸ ਤੁਹਾਡੇ ਟ੍ਰਾਂਸਫਰ ਹੋ ਗਏ, ਤੁਸੀਂ ਉੱਧਰ ਫਾਈਨਲ ਈਅਰ ਕਰਨਾ ਆ। ਤੇ ਉਸ ਤੋਂ ਬਾਅਦ ਜੇ ਤੁਹਾਡਾ ਪਲਾਨ ਬਣਦਾ ਆ ਅੱਗੋਂ ਪੜ੍ਹਨ ਦਾ, ਤਾਂ ਤੁਸੀਂ ਕਰ ਲਿਓ, ਰਾਈਟ। ਇਟਸ ਆਲ ਅਬਾਊਟ ਯੂ। ਕੋਈ ਹੈ ਨਹੀਂ ਕਿ ਪੜ੍ਹ ਕੇ ਵਾਪਸ ਆਉਣਾ, ਕਿਉਂਕਿ ਕਈ ਯੂਨੀਵਰਸਿਟੀਜ਼ ਇੱਦਾਂ ਐਕਸਚੇਂਜ ਕਰਦੇ ਆ। ਬਟ ਮੇਰਾ ਐਕਸਚੇਂਜ ਪ੍ਰੋਗਰਾਮ ਨਹੀਂ ਸੀਗਾ। ਮੇਰੇ ਕੋਲ ਕੰਪਲੀਟ ਆਪਸ਼ਨ ਸੀਗੀ, ਮੈਂ ਉੱਥੇ ਸਟੇ ਕਰਦੀ ਜਾਂ ਉੱਥੇ ਅੱਗੋਂ ਪੜ੍ਹਦੀ ਜਾਂ ਕੁਝ ਵੀ ਕਰਦੀ, ਉਹ ਮੇਰੀ ਆਪਸ਼ਨ ਸੀਗੀ। ਸੋ 2018 'ਚ ਮੈਂ ਫਾਈਨਲ ਈਅਰ ਕਰਨ ਗਈ, ਸਟੱਡੀ ਕੀਤੀ ਉੱਥੇ ਚੰਗੀ ਤਰ੍ਹਾਂ। ਇੰਟਰਨਸ਼ਿਪ ਵੀ ਉੱਥੇ ਹੀ ਹੋਈ ਮੇਰੀ, ਰਗਬੀ ਕਲੱਬ ਨਾਲ। ਉੱਥੇ ਮੈਂ ਫਿਜ਼ੀਓਥੈਰੇਪਿਸਟ ਰਹੀ ਹਾਂ, ਉੱਥੇ ਰਗਬੀ ਦੇ ਪੇਸ਼ੈਂਟਸ ਦੇਖੇ ਆ। ਸੋ ਆਫਟਰ ਦੈਟ ਮੈਂ ਨੋਟਿਸ ਕੀਤਾ ਕਿ ਇੱਕ ਤਾਂ ਨਾ, ਜੇ ਤੁਹਾਡੀ ਫੈਮਿਲੀ ਨਹੀਂ ਉੱਥੇ ਹੈਗੀ, ਠੀਕ ਆ, ਤੁਹਾਨੂੰ ਸਭ ਕੁਝ ਆਪ ਹੀ ਕਰਨਾ ਆ। ਸੋ ਮੈਂ ਕਿ ਪਹਿਲਾ ਏਮ ਬੱਚੇ ਦਾ ਬਾਹਰ ਜਾ ਕੇ ਹੁੰਦਾ ਪੱਕੇ ਹੁੰਦਾ, ਤੇ ਉਹ ਪੱਕੇ ਹੁੰਦੇ ਏਮ ਦੇ ਨਾਲ ਹੀ ਆਈ ਥਿੰਕ 4 ਸਾਲ ਤਾਂ ਤੁਹਾਡੇ ਐਂ ਹੀ ਲੰਘ ਜਾਂਦੇ ਆ। ਤੇ ਮੈਂ ਤਾਂ ਅੱਗੇ ਹੀ ਸੋਚਿਆ ਸੀ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਬੈਕ ਸਟੇਜ ਬਹੁਤ ਸਾਲ ਤੋਂ ਕੰਮ ਕਰ ਰਹੀ ਹਾਂ ਮਿਊਜ਼ਿਕ 'ਚ। ਆਲਦੋ ਮੇਰੇ ਘਰ ਨਹੀਂ ਸੀ ਕਿਸੇ ਨੂੰ ਪਤਾ, ਪਰ ਮੈਂ ਕਦੀ ਕਿਸੇ ਆਰਟਿਸਟ ਨਾਲ ਕੰਮ ਕੀਤਾ, ਕਦੀ ਕਿਸੇ ਆਰਟਿਸਟ ਨਾਲ ਕੰਮ ਕੀਤਾ ਬੈਕ ਸਟੇਜ। ਤੇ ਮੈਨੂੰ ਇਹ ਪਲਾਨ ਸੀ ਕਿ ਮੈਂ 12ਵੀਂ ਤੋਂ ਬਾਅਦ ਪਹਿਲੇ 2 ਸਾਲ 'ਚ ਹੀ ਕੁਛ ਨਾ ਕੁਛ ਕਰ ਜਾਣਾ, ਬਟ ਕੁਛ ਰੀਜ਼ਨ ਸੀਗੇ ਜਿਸ ਕਰਕੇ ਮੈਂ ਨਹੀਂ ਕਰ ਪਾਈ।
ਸੋ ਜਦੋਂ ਇੰਗਲੈਂਡ ਸੀਗੀ ਮੈਂ ਹਿਸਾਬ ਲਾਇਆ, ਮੈਂ ਕਿਹਾ 4 ਸਾਲ ਪੀਆਰ ਦੇ ਮਗਰ ਭੱਜਦਿਆਂ ਲੱਗ ਜਾਣੇ। ਆਲਦੋ ਮੈਂ ਕੁਆਲੀਫਾਈਡ ਹਾਂ, ਸਭ ਕੁਛ ਹਾਂ, ਫਿਰ ਬਾਅਦ 'ਚੋਂ ਵਰਕ ਐਕਸਪੀਰੀਅੰਸ ਚਾਹੀਦਾ ਤੁਹਾਨੂੰ, ਇਹ ਚਾਹੀਦਾ ਉਹ ਚਾਹੀਦਾ। ਆਈ ਵਾਜ਼ ਲਾਈਕ ਮੈਂ ਅਫੋਰਡ ਕਰ ਸਕਦੀ ਹਾਂ ਇਹ ਟਾਈਮ, ਰਾਈਟ? ਬਟ ਨਹੀਂ, ਆਈ ਵਾਜ਼ ਲਾਈਕ ਨਹੀਂ ਭਾਬੀ, ਯੂ ਹੈਵ ਟੂ ਕਮ ਬੈਕ। ਅਤੇ ਸੈਕਿੰਡਲੀ ਇੱਕ ਮੇਰੇ ਅੰਦਰ ਕਹਿ ਲਓ ਤੁਸੀਂ ਪੈਟਰੀਓਟਿਕ ਆ ਮੈਂ ਥੋੜ੍ਹੀ। ਮੈਨੂੰ ਇਹ ਆ ਕਿ ਜੋ ਆਪਣੀ ਹਿਸਟਰੀ ਵਿੱਚ ਆ, ਜੋ ਆਪਣੇ ਟਰਡੀਸ਼ਨਸ ਵਿੱਚ ਆ ਨਾ, ਉਹ ਬਾਹਰ ਜਾ ਕੇ ਗਵਾਚਦਾ ਹੀ ਆ। ਮੈਂ ਆਲਰੇਡੀ ਥੋੜ੍ਹਾ ਇੰਗਲਿਸ਼ ਟੱਚ ਆ ਮੇਰੇ ਵਿੱਚ, ਬਾਹਰ ਰਹਿ ਕੇ ਹੋਰ ਉਹ ਵੱਧ ਗਿਆ ਸੀਗਾ। ਮੈਂ ਬਹੁਤ ਦੂਰ ਚਲ ਗਈ ਸੀ ਆਪਣੇ ਪੰਜਾਬੀ ਮਿਊਜ਼ਿਕ ਤੋਂ, ਉੱਧਰਲੇ ਮਿਊਜ਼ਿਕ ਵੱਲ ਹੋਈ ਜਾ ਰਹੀ ਸੀ। ਬਟ ਮੈਨੂੰ ਸ਼ੁਰੂ ਤੋਂ ਇਹ ਆ ਕਿਉਂਕਿ ਮੇਰੇ ਤਾਇਆ ਜੀ ਵੀ ਇਹਨਾਂ ਨੇ ਵੀ ਲਿਟਰੇਚਰ ਨੂੰ ਕੰਟਰੀਬਿਊਟ ਕੀਤਾ ਆ, ਮੇਰੇ ਪਾਪਾ ਜੀ ਨੇ ਵੀ ਕੀਤਾ ਸੀਗਾ। ਸੋ ਮੈਨੂੰ ਇਹ ਸੀ ਕਿ ਮੈਂ ਇੱਥੋਂ ਦੇ ਲਿਟਰੇਚਰ ਨੂੰ ਲਿਟਰੇਚਰ ਤਾਂ ਨਹੀਂ, ਪਰ ਚਲੋ ਇੰਡਸਟਰੀ ਨੂੰ ਕੰਟਰੀਬਿਊਟ ਕਿਸੇ ਨਾ ਕਿਸੇ ਤਰ੍ਹਾਂ ਕਰਾਂ। ਸੋ ਮੇਰੇ ਕੋਲ 2-3 ਆਫਰਸ ਲਾਈਨਡ ਅਪ ਸੀਗੇ ਇੰਗਲੈਂਡ ਤੋਂ ਬਾਅਦ। ਇੱਥੋਂ ਦੀਆਂ ਆਪਣੀਆਂ ਬਹੁਤ ਵਧੀਆ ਪੰਜਾਬ ਦੀਆਂ ਕੰਪਨੀ ਸੀਗੀਆਂ ਜਿਹੜੀਆਂ ਦੇ ਵਰ ਆਫਰਿੰਗ ਮੀ ਕਿ ਤੂੰ ਸਾਡੇ ਨਾਲ ਕੰਮ ਕਰ ਲੈ। ਬਟ ਉਹ ਆਫਰਸ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਵਾਪਸ ਆਈ। ਅੱਛਾ, ਜਿੰਨੀ ਵੀ ਦੁਨੀਆ ਉੱਥੇ ਜਾਂਦੀ ਹੈ ਨਾ, ਉਸ ਰੰਗ 'ਚ ਰੰਗੀ ਜਾਂਦੀ ਹੈ। ਤੁਸੀਂ ਨਹੀਂ ਰੰਗੇ ਗਏ, ਤੁਸੀਂ ਆਪਣੇ ਰੰਗ 'ਚ ਵਾਪਸ ਆ ਗਏ। ਦੈਟਸ ਗ੍ਰੇਟ। ਮੈਂ ਪਹਿਲਾਂ ਹੀ ਰੰਗੀ ਹੋਈ ਸੀ ਮੈਂ ਪਹਿਲਾਂ ਹੀ ਰੰਗੀ ਹੋਈ ਸੀ, ਪਹਿਲਾਂ ਹੀ ਚੜਿਆ ਸੀ। ਫਿਰ ਉੱਥੇ ਗਈ, ਮੈਂ ਕਿਹਾ ਇੱਥੇ ਤਾਂ ਮੈਂ ਬਿਲਕੁਲ ਹੀ ਉਹ ਹੋ ਜਾਣਾ ਆ। ਮੈਂ ਕਿਹਾ ਨਹੀਂ ਭਾਵੇਂ ਵਾਪਸ ਆ ਜਾ। ਅੱਛਾ, ਹੁਣ ਤੱਕ ਦੇ ਪ੍ਰੋਜੈਕਟਸ ਦੀ ਜੇ ਗੱਲ ਕਰੀਏ ਤੇ ਕੀ ਕੁਝ ਚੱਲ ਰਿਹਾ ਹੈ? ਮੇਰਾ ਇੱਕ ਸਿੰਗਲ ਆ ਚੁੱਕਾ ਆ, ਉਹ ਮੇਰਾ ਸੈਲਫ ਪ੍ਰੋਡਿਊਸਡ, ਸੈਲਫ ਰਿਟਨ ਤੇ ਸੈਲਫ ਸੰਗ ਓਬਵੀਅਸਲੀ। 2-4 ਲਾਈਨਾਂ ਫਿਰ ਸੁਣਾ ਦਈਏ ਦਰਸ਼ਕਾਂ ਨੂੰ। ਸ਼ੋਰ ਹਾਂਜੀ ਓਕੇ। ਚਾਂਦਨੀਆਂ ਰਾਤਾਂ ਵਿੱਚ, ਧੁੱਪ ਬਰਸਾਤਾਂ ਵਿੱਚ, ਹਰ ਵੇਲੇ ਸੋਚਦੀਆਂ ਤੇਰੇ ਹੀ ਬਾਰੇ ਮੈਂ। ਪਾਗਲ ਹੈ ਕੀਤਾ ਮੈਨੂੰ ਤੇਰੇ ਖਿਆਲਾਂ ਨੇ, ਮੈਂ ਤਾਂ ਕੁਝ ਕੀਤਾ ਨਹੀਂ ਓ ਤੇਰੇ ਹੀ ਕਾਰੇ। ਮੇਰੇ ਕੋਲ ਤਾਂ ਬੈ, ਇੱਕ ਵਾਰੀ ਕੋਲ ਤਾਂ ਬੈ, ਮੈਂ ਵੀ ਬੋਲਾਂ ਕੁਝ ਤੂੰ ਵੀ ਕੁਝ ਕਹਿ, ਅੱਖੀਆਂ ਦੇ ਸਾਹਮਣੇ ਰਹਿ, ਹਾਂ ਅੱਖੀਆਂ ਦੇ ਸਾਹਮਣੇ ਰਹਿ, ਅੱਖੀਆਂ ਦੇ ਸਾਹਮਣੇ ਰਹਿ, ਮੈਂ ਵੀ ਬੋਲਾਂ ਕੁਝ ਤੂੰ ਵੀ ਕੁਝ ਕਹਿ, ਅੱਖੀਆਂ ਦੇ ਸਾਹਮਣੇ ਰਹਿ। ਥੈਂਕ ਯੂ। ਬਹੁਤ ਵਧੀਆ। ਆਉਣ ਵਾਲੇ ਟਰੈਕਸ ਦੀ ਵੀ ਗੱਲ ਕਰ ਲਈਏ ਵੀ ਲਾਈਨਅਪ ਕੀ ਹੈ, ਕਿਹੜੇ ਪ੍ਰੋਜੈਕਟ? ਲਾਈਨਅਪ ਵੈਲ ਇਟਸ ਅ ਬਿਗ ਨਿਊਜ਼। ਮੇਰੇ ਵੱਲੋਂ ਤਾਂ ਬਹੁਤ ਵੱਡੀ ਨਿਊਜ਼ ਹੈ ਕਿਉਂਕਿ ਮੇਰੀ ਪਹਿਲੀ ਮਿਊਜ਼ਿਕ ਵੀਡੀਓ ਜਿਹੜਾ ਆਪਾਂ ਪਹਿਲਾਂ ਕਰਕੇ ਹਟੇ ਹਾਂ, ਉਹ ਮਿਊਜ਼ਿਕ ਵੀਡੀਓ ਨਹੀਂ ਹੈਗੀ। ਉਹ ਸਿੰਪਲੀ ਲਿਰਿਕ ਵੀਡੀਓ ਹੀ ਮੈਂ ਡ੍ਰੌਪ ਕੀਤੀ ਸੀਗੀ ਆਪਣੇ ਪੋਵੀ ਮਿਊਜ਼ਿਕ, ਮੇਰੇ ਚੈਨਲ ਦਾ ਨਾਮ ਹੈ, ਸਾਡੀ ਕੰਪਨੀ, ਮੈਂ ਮੇਰੀ ਫੈਮਿਲੀ, ਅਸੀਂ ਸਾਰੇ ਰਲ ਕੇ ਉਸ ਕੰਪਨੀ ਨੂੰ ਆਪਰੇਟ ਕਰ ਰਹੇ ਹਾਂ। ਅਤੇ ਬਾਬਾ ਸੁੱਖ ਰੱਖੇ ਹੋਰ ਗਰੋ ਕਰੂਗੀ ਕੰਪਨੀ। ਅਤੇ ਅੱਖੀਆਂ ਦੀ ਆਪਾਂ ਕੀਤੀ ਸੀ ਲਿਰਿਕ ਵੀਡੀਓ, ਅਤੇ ਇਹ ਹੈਗਾ ਮੇਰਾ ਪਹਿਲਾ ਮਿਊਜ਼ਿਕ ਵੀਡੀਓ ਪ੍ਰੋਜੈਕਟ। ਇਹਦੀ ਮਿਊਜ਼ਿਕ ਵੀਡੀਓ 'ਤੇ ਵੀ ਬਹੁਤ ਮਿਹਨਤ ਕੀਤੀ ਆ, ਸੁੱਖ ਨਾਲ ਐਕਟਿੰਗ ਦੇ ਵੀ ਆਪਾਂ ਵੱਟ ਕੱਢੇ ਆ। ਸੋ ਬੜੀਆ ਕੋਸ਼ਿਸ਼ ਕੀਤੀ ਹੈ, ਮਿਹਨਤ ਕੀਤੀ ਹੈ, ਮੈਂ ਕੀਤੀ ਹੈ, ਮੇਰੀ ਫੈਮਿਲੀ ਨੇ ਕੀਤੀ ਹੈ, ਮੇਰੇ ਇਨ-ਲॉज ਨੇ ਕੀਤੀ ਹੈ। ਮੈਂ ਮੈਰਿਡ ਹਾਂ ਬਾਏ ਦ ਵੇ। ਅਤੇ ਸੋ ਉਹਦੇ ਲਈ ਐਕਸਾਈਟਡ ਹਾਂ। ਆਪਣੀ 2 ਤਰੀਕ 2 ਅਕਤੂਬਰ ਨੂੰ ਆਪਾਂ ਡ੍ਰੌਪ ਕਰ ਰਹੇ ਹਾਂ, ਅਤੇ ਪੋਸਟਰ ਤੁਹਾਨੂੰ ਦਿਖਾਊਂਗੀ, ਅਤੇ ਆਈ ਹੋਪ ਤੁਹਾਨੂੰ ਵੀ ਪਸੰਦ ਆਊਗਾ ਅਤੇ ਬਾਕੀ ਦਰਸ਼ਕਾਂ ਨੂੰ ਵੀ ਪਸੰਦ ਆਊਗਾ, ਉਮੀਦ ਹੈ। ਅੱਛਾ, ਤੁਸੀਂ ਮੈਨੂੰ ਦੱਸਤਾ ਵੀ ਤੁਸੀਂ ਮੈਰਿਡ ਆ। ਜੀ ਮੇਰੇ ਦਿਮਾਗ 'ਚ ਆ ਗਈਆਂ ਨੇ ਹੋਰ ਗੱਲਾਂ। ਓਕੇ, ਮਿਊਜ਼ਿਕ ਨੂੰ ਥੋੜਾ ਜਿਹਾ ਲਾਂਬੇ ਜੇ ਕਰਕੇ ਹੋਰ ਗੱਲਾਂ ਕਰ। ਕੋਈ ਚੱਕਰ ਨਹੀਂ। ਵੀ ਕਈ ਵਾਰੀ ਅਸੀਂ ਦੇਖਿਆ ਵੀ ਕੁੜੀਆਂ ਨੂੰ ਬੜੀਆਂ ਪ੍ਰੋਬਲਮਸ ਆਉਂਦੀਆਂ ਨੇ, ਫੈਮਿਲੀ ਸਪੋਰਟ ਨਹੀਂ ਕਰਦੇ ਹੁੰਦੇ, ਸਾਡੇ ਫਾਦਰ ਸਾਹਿਬ ਨਹੀਂ ਕਰਦੇ ਹੁੰਦੇ, ਕਈ ਵਾਰੀ ਥੋੜੇ ਜਿਹੇ ਵੱਡੇ ਹੋ ਜਾਈਏ ਤੇ ਬ੍ਰਦਰ ਨਹੀਂ ਕਰਦੇ ਹੁੰਦੇ, ਕਈ ਵਾਰੀ ਪਾਰਟਨਰ ਨਹੀਂ ਕਰਦਾ ਹੁੰਦਾ। ਐਬਸੋਲੂਟਲੀ ਹੁੰਦਾ ਆ, ਆਪਣੇ ਕਲਚਰ 'ਚ ਤਾਂ ਬਹੁਤ ਹੁੰਦਾ ਹੈ। ਬਿਲਕੁਲ। ਤੇ ਜੇ ਮੈਂ ਤੁਹਾਡੇ ਬਾਰੇ ਪੁੱਛਾਂ ਤੇ ਤੁਹਾਨੂੰ ਸਪੋਰਟ ਕਿੱਥੋਂ ਮਿਲੀ? ਪਾਪਾ ਤੋਂ, ਬ੍ਰਦਰ ਤੋਂ, ਪਾਰਟਨਰ ਤੋਂ? ਸਪੋਰਟ ਮੈਨੂੰ ਕਹਿ ਲਓ, ਸਭ ਤੋਂ ਪਹਿਲੀ ਸਪੋਰਟ ਮੇਰੀ ਮੰਮੀ ਦੀ ਸੀਗੀ, ਕਿਉਂਕਿ ਜਦੋਂ ਮੈਂ ਲਿਖਿਆ, ਕੰਪੋਜ਼ ਕੀਤਾ ਤਾਂ ਮੰਮੀ ਨੂੰ ਮੰਮੀ ਠੀਕ ਆ, ਇਹ ਕਿਸੇ ਦਾ ਗਾਣਾ ਤਾਂ ਨਹੀਂ ਹੈ? ਮੰਮੀ ਚੋਂ ਤਾਂ ਇਹ ਚੀਜ਼ਾਂ ਆਈਆਂ। ਮੰਮੀ ਚ ਤਾਂ ਆਈਆਂ ਸੀਗੀਆਂ ਨਹੀਂ, ਐਕਚੁਅਲੀ ਜੋ ਮੈਂ ਉਹਨਾਂ ਨੂੰ ਇੰਨਾ ਨਹੀਂ ਸੀ ਪਤਾ ਕਿ ਮੈਂ ਨਾ ਤੁਹਾਨੂੰ ਦੱਸਦੀ ਹਾਂ। ਐਕਚੁਅਲੀ ਬਚਪਨ 'ਚ ਨਾ ਮੇਰਾ ਕਹਿ ਲਓ ਤੁਸੀਂ, ਕੁਛ ਬੱਚੇ ਹੁੰਦੇ ਨਹੀਂ ਜਿਹੜੇ ਡੰਬੋ ਜਿਹੇ ਹੁੰਦੇ ਆ, ਕਲਾਸ 'ਚ ਬਹਿ ਕੇ ਵੀ ਕਲਾਸ 'ਚ ਨਹੀਂ ਬੈਠੇ, ਗਵਾਚੇ ਜੇ ਕੋਰਨਰ 'ਚ। ਮੈਂ ਉੱਦਾਂ ਸੀਗੀ। ਅੱਛਾ, ਪੌਵੀ ਗਾਉਂਦੀ ਰਹਿੰਦੀ ਸੀ? ਨਹੀਂ, ਪੌਵੀ ਗਾਉਂਦੀ ਨਹੀਂ ਸੀ। ਪੌਵੀ ਕਿਸੇ ਨੂੰ ਪਤਾ ਹੀ ਨਹੀਂ ਸੀ ਗਾਉਂਦੀ। ਮੇਰੇ ਖਿਆਲ ਨਾਲ ਹੁਣ ਨਹੀਂ ਮੇਰੀ ਜੁਆਇੰਟ ਫੈਮਿਲੀ ਨੂੰ ਪਤਾ ਹੋਣਾ ਕਿ ਮੈਂ ਗਾਉਂਦੀ ਹਾਂ, ਕਿਸੇ ਨੂੰ ਨਹੀਂ ਪਤਾ ਹੋਣਾ। ਬਸ ਆਹੀ ਹੈ 2-4 ਜਾਣੇ ਜਿਨ੍ਹਾਂ ਨੂੰ ਪਤਾ ਆ। ਕਿਉਂਕਿ ਮੇਰੀ ਆਦਤ ਨਹੀਂ ਸੀਗੀ, ਪਲੱਸ ਮੇਰਾ ਨਾ ਉਸ ਵੇਲੇ ਕੌਨਫੀਡੈਂਸ ਨਹੀਂ ਸੀਗਾ, ਅਤੇ ਨਾ ਕਹਿ ਲਓ ਕਿ ਮੇਰਾ ਦਿਮਾਗ ਵੀ ਨਹੀਂ ਸੀਗਾ। ਸੱਚੀ ਕਈ ਬੱਚੇ ਹੁੰਦੇ ਆ ਡੰਬ ਬਚਪਨ 'ਚ, ਪਰ ਮੇਰਾ ਅਚਾਨਕ ਹੀ ਦਿਮਾਗ ਚੱਲਿਆ।
ਮੈਂ ਕਿਹਾ ਹਾਂਜੀ 8ਵੀਂ 'ਚ ਤੇ 9ਵੀਂ 'ਚ ਜਾ ਕੇ ਨਾ ਮੇਰਾ ਅਚਾਨਕ ਹੀ ਦਿਮਾਗ ਚੱਲਿਆ। ਆਈ ਵਾਸ ਲਾਈਕ ਉਹ ਵੀ ਸ਼ਾਇਦ ਮਿਊਜ਼ਿਕ ਕਰਕੇ ਹੀ ਚੱਲਿਆ, ਯੈਸ ਮਿਊਜ਼ਿਕ ਕਰਕੇ ਹੀ ਚੱਲਿਆ। ਮੈਂ ਮਿਊਜ਼ਿਕ ਸੁਣਿਆ ਤੇ ਹੌਲੀ ਹੌਲੀ ਮੇਰਾ ਗੋਲ ਬਣ ਗਿਆ, ਏਮ ਬਣ ਗਿਆ ਤੇ ਚਲੋ ਮੈਂ ਉੱਤੇ ਡੋਰਸ ਕਲੋਜ਼ ਕਰਕੇ ਪ੍ਰੈਕਟਿਸ ਕੀਤੀ, ਲੋਕ ਕੇ ਕੀਤੀ, ਕਿਉਂਕਿ ਕੌਨਫੀਡੈਂਸ ਨਹੀਂ ਸੀ ਘਰਦਿਆਂ ਤੋਂ ਵੀ ਲੋਕ ਕੇ ਕਰਨਾ। ਸੋ ਇਹੀ ਚੀਜ਼ ਮੇਰੀ ਗਾਣਿਆਂ 'ਚ ਵੀ ਆਈ। ਤੇ ਜਦੋਂ ਮੈਂ ਲਿਖਿਆ ਵੀ ਪਹਿਲੀ ਵਾਰ ਲਿਖਿਆ, ਮੇਰੇ ਖਿਆਲ ਨਾਲ 9ਵੀਂ 'ਚ ਮੈਂ ਪਹਿਲਾ ਗਾਣਾ ਲਿਖਿਆ ਸੀਗਾ ਮੇਰੇ ਖਿਆਲ ਨਾਲ। ਤੇ ਮੈਂ ਗਿਟਾਰ ਫੜਿਆ ਤੇ ਮੈਂ ਮੰਮੀ ਨੂੰ ਸੁਣਾਇਆ, ਮੈਂ ਕਿਹਾ ਮੰਮੀ ਇਹ ਕਿਸੇ ਹੋਰ ਦਾ ਤਾਂ ਨਹੀਂ ਮੈਂ ਗੁਣਗੁਣਾਈ ਜਾਂਦੀ, ਇਹ ਮੇਰਾ ਹੀ ਆ। ਤੇ ਮੰਮੀ ਨੇ ਨਾ ਉਹ ਸੈਡ ਸੌਂਗ ਸੀਗਾ ਤੇ ਸ਼ਾਇਦ ਉਹ ਕੌਨਫੀਡੈਂਸ ਨਹੀਂ ਸੀ ਬਚਪਨ ਤੋਂ, ਉਹ ਚੀਜ਼ਾਂ ਸੈਡਨੈਸ ਜੀ ਯੂ ਨੋ ਉਹ ਚੀਜ਼ਾਂ ਇਟ ਵਾਸ ਆਲ ਜਸਟ ਇਨਸਾਈਡ ਮੀ ਰਾਈਟ। ਤੇ ਮੈਂ ਮੰਮੀ ਨੂੰ ਸੁਣਾਇਆ ਤੇ ਮੰਮੀ ਕਹਿੰਦੇ ਪਵੀ ਬੜਾ ਸੋਹਣਾ ਗਾਣਾ ਆ। ਤੇ ਫਿਰ ਉਸ ਤੋਂ ਬਾਅਦ ਮੰਮੀ ਨਾ ਰੋ ਪਏ। ਤੇ ਉਹ ਚੀਜ਼ ਮੈਂ ਕਹੂੰਗੀ ਇਨਸਪਾਇਰ ਕੀਤਾ ਮੈਨੂੰ ਕਿ ਮੈਂ ਆਪਣੀ ਮੰਮਾ ਨੂੰ ਪਹਿਲੀ ਵਾਰੀ ਸਿਰਫ ਆਪਣੇ ਗ੍ਰੇਡ, ਉਦੋਂ ਮੇਰੇ ਗ੍ਰੇਡਸ ਵੀ ਸੋਹਣੇ ਆਉਣ ਲੱਗ ਗਏ ਸੀ, ਮੈਂ ਕਿਹਾ ਆਪਣੇ ਮੰਮਾ ਨੂੰ ਸਿਰਫ ਮੈਂ ਗ੍ਰੇਡਸ ਨਾਲ ਨਹੀਂ ਖੁਸ਼ ਕੀਤਾ, ਉਹਨਾਂ ਦੀ ਰੂਹ ਖੁਸ਼ ਹੋਈ ਆ ਜਿਹੜੇ ਉਹ ਰੋਏ ਆ, ਹੈ ਨਾ। ਸੋ ਉਹ ਚੀਜ਼ ਨੂੰ ਮੈਂ ਕੰਟੀਨਿਊ ਤਾਂ ਹੀ ਕੀਤਾ। ਪਹਿਲਾਂ ਮੈਨੂੰ ਸਪੋਰਟ ਮੇਰੇ ਮੰਮਾ ਤੋਂ, ਹੈ ਨਾ, ਫਿਰ ਮੇਰੀ ਸਪੋਰਟ ਮੇਰੇ ਵੱਡੇ ਭਾਜੀ, ਉਹ ਵੀ ਮੇਰੇ ਤੋਂ ਪਹਿਲਾਂ ਉਹ ਗਾਉਂਦੇ ਰਹੇ ਆ। ਤੇ ਫਿਰ ਮੈਂ ਉਹਨਾਂ ਦੇ ਮਗਰ ਗਾਉਣ ਲੱਗੀ ਤੇ ਭਾਜੀ ਨੂੰ ਦਿਸਦਾ ਸੀ ਮੇਰੇ 'ਚ, ਭਾਵੇਂ ਉਹਨਾਂ ਨੇ ਮੇਰੇ ਮੂੰਹ 'ਤੇ ਨਹੀਂ ਕਦੀ ਕਿਹਾ, ਪਰ ਉਹਨਾਂ ਨੂੰ ਹਮੇਸ਼ਾ ਮੇਰੇ 'ਚ ਦਿਸਦਾ ਸੀ ਕਿ ਇਹ ਫੁਕਰੀਆਂ ਨਹੀਂ ਮਾਰਦੀ, ਮੈਂ ਹਾਂ ਕਿ ਇਹਨੇ ਕੁਝ ਕਰ ਲੈਣਾ। ਤੇ ਭਾਜੀ ਨੇ ਕੋਸ਼ਿਸ਼ ਵੀ ਪੂਰੀ ਕੀਤੀ, ਮੈਨੂੰ ਇੰਗਲੈਂਡ ਭੇਜਣ 'ਚ ਵੀ ਭਾਜੀ ਦਾ ਬਹੁਤ ਵੱਡਾ ਹੱਥ ਹੈ, ਭਾਜੀ ਨੇ ਬਹੁਤ ਪੁਸ਼ ਕੀਤਾ ਸੀਗਾ। ਐਨੀ ਹਾਊ ਸੋ ਮੇਰੇ ਮਮਾ ਦੈਨ ਮੇਰੇ ਬ੍ਰਦਰ ਨੇ ਪੂਰੀ ਸਪੋਰਟ ਕੀਤੀ। ਪਾਪਾ ਨੇ ਫਿਰ ਕੀਤੀ ਪਾਪਾ ਵਾਲੀ? ਪਾਪਾ ਉੱਦਾਂ ਨਹੀਂ, ਹੁਣ ਪਾਪਾ ਕਰਦੇ ਨੇ, ਪਰ ਉਦੋਂ ਨਹੀਂ ਸੀ ਕਰਦੇ? ਉਸ ਵੇਲੇ ਨਹੀਂ, ਐਕਚੁਅਲੀ ਆਪਣੇ ਮੇ ਵੀ ਪੰਜਾਬੀ ਕਲਚਰ 'ਚ ਆਪਣੇ ਫਾਦਰਸ ਹੁੰਦੇ ਨਾ ਜਿਹੜੇ ਥੋੜ੍ਹੇ ਜਿਹੇ ਹੋ ਜਾਂਦੇ ਆ, ਦੁਨੀਆਦਾਰੀ ਨੂੰ ਦੇਖਦੇ ਨੇ। ਸੋ ਪਾਪਾ ਨੂੰ ਲੱਗਦਾ ਸੀ ਕਿ ਇਹ ਚੀਜ਼ਾਂ ਚੰਗੇ ਘਰਾਂ ਦੀਆਂ ਕੁੜੀਆਂ ਨਹੀਂ ਕਰਦੀਆਂ। ਪਾਪਾ ਕਹਿੰਦੇ ਸੀ ਜਿਨ੍ਹਾਂ ਨੂੰ ਲੋੜਵੰਦ ਹੁੰਦੇ ਆ ਜਾਂ ਕੁਛ ਆ, ਯੂ ਨੋ ਆਪਾਂ ਤੈਨੂੰ ਕਿਸੇ ਚੀਜ਼ ਦੀ ਕਮੀ ਆ, ਤੂੰ ਦੱਸ ਕਿਹੜੀ ਚੀਜ਼ ਚਾਹੀਦੀ, ਇੱਦਾਂ ਉੱਦਾਂ। ਪਰ ਪਾਪਾ ਕਹਿੰਦੇ ਸੀ ਚੰਗੇ ਘਰਾਂ ਦੀਆਂ ਕੁੜੀਆਂ ਨਹੀਂ ਕਰਦੀਆਂ। ਬਟ ਮੈਂ ਉਹਨਾਂ ਨੂੰ ਕੀ ਦੱਸਦੀ ਕਿ ਮੈਂ ਫੇਮ ਪਿੱਛੇ ਨਹੀਂ, ਨਾ ਮੈਂ ਪੈਸੇ ਪਿੱਛੇ ਭੱਜ ਰਹੀ, ਇਹ ਚੀਜ਼ ਮੇਰੇ ਅੰਦਰੋਂ ਆ ਰਹੀ, ਮੈਂ ਕੀ ਕਰਾਂ, ਕਿੱਥੇ ਲੈ ਕੇ ਜਾਵਾਂ। ਤੇ ਤੁਸੀਂ ਮੰਨੋਗੇ ਮੇਰੇ ਫਸਟ ਟਰੈਕ ਤੋਂ ਪਹਿਲਾਂ ਮੈਂ 70 ਸੌਂਗਸ ਲਿਖੇ ਹੋਏ ਆ, ਲਾਈਕ ਕੰਪੋਜ਼ਡ। ਤੇ ਮੈਨੂੰ ਇੰਨਾ ਪਤਾ ਕਿ 70 ਚੋਂ 60 ਤਾਂ ਇੱਦਾਂ ਦੇ ਨੇ ਕਿ ਜਿਹੜੇ ਬਿਲਕੁਲ ਹੀ ਡਿਫਰੈਂਟ ਕਿ ਕੋਈ ਵੀ ਇੱਕੋ ਲਾਈਨ 'ਚ ਨਹੀਂ ਧੋ ਰਿਹਾ, ਕੋਈ ਇਸ ਜਨਰ ਦਾ ਵਾ, ਕੋਈ ਇਸ ਜਨਰ ਦਾ ਵਾ। ਗਾਣੇ ਦੇਖ ਕੇ ਰੱਖੇ ਹੋਏ ਆ? ਉਹ ਮੈਂ ਪਹਿਲਾਂ ਹੀ ਲਿਖਿਆ ਸੀ, ਉਹ ਵੀ ਮੈਂ ਤਾਂ ਸਪੀਡ ਘਟਾਤੀ, ਉਹ ਵੀ ਮੇਰੇ ਖਿਆਲ ਨਾਲ 70 ਚੋਂ 60 ਤਾਂ ਮੈਂ 2 ਕੁ ਸਾਲਾਂ 'ਚ ਹੀ ਲਿਖ ਕੇ ਬਾਅਦ 'ਚ ਮੈਂ ਸਪੀਡ ਘਟਾਤੀ ਗਾਣੇ ਲਿਖਣ ਦੀ। ਕਿਉਂ ਘਟਾਤੀ? ਕਿਉਂਕਿ ਮੈਂ ਕਿਹਾ ਮੰਡ ਕੀ ਰੱਖਣੇ ਆ, ਮੈਂ ਕਿਹੜਾ ਕੱਢ ਰਹੀ ਹਾਂ, ਨਾ ਮੈਨੂੰ ਸਪੋਰਟ ਆ ਤੇ ਨਾ ਮੈਨੂੰ ਕੋਈ ਪੁਸ਼ ਕਰ ਰਿਹਾ। ਤੇ ਕਿਸੇ ਨੂੰ ਦਿੱਤਾ ਨਹੀਂ ਕਦੇ ਗਾਣਾ? ਮੈਂ ਸੈਲ ਕੀਤੇ, ਮੇਰੇ ਕਲਾਇੰਟਸ ਹੈਗੇ 2-3, ਤੇ ਇੱਕ ਮੇਰਾ ਸੌਂਗ ਸਾਰਾ ਗੁਰਪਾਲ, ਪਤਾ ਸਾਰਾ ਗੁਰਪਾਲ ਹੈ ਨਾ, ਇੱਕ ਮੇਰਾ ਉਹਨਾਂ ਨੇ ਕੀਤਾ ਸੀਗਾ ਸੌਂਗ, ਤੇ ਉਹ 2017 'ਚ ਕੀਤਾ ਸੀ ਕਿ 19 'ਚ ਮੈਨੂੰ ਯਾਦ ਨਹੀਂ। ਤੇ ਬਟ ਸਟਿਲ ਆਪਾਂ ਉਹ ਓਫੀਸ਼ੀਅਲੀ ਉਹਨਾਂ ਨੇ ਕੱਢ ਦਿੱਤਾ, ਬਟ ਉਹਦੇ 'ਚ ਮੈਂ ਫਾਈਨਲ ਚੇਂਜਸ ਕੀਤੇ ਸੀ, ਪਰ ਉਹਨਾਂ ਨੇ ਪਹਿਲਾਂ ਹੀ ਡਨ ਕਰਕੇ ਕੱਢਤਾ, ਉਹ ਮੈਂ ਹੁਣ ਆਪ ਕੱਢੂੰਗੀ। ਗਰਾਰੀ ਮੇਰੀ ਫਿਰ ਪਿੱਛੇ ਹੀ ਫਸੀ ਆ ਵੀ ਫਿਰ ਪਾਪਾ ਨੂੰ ਕਦੋਂ ਪਤਾ ਲੱਗਾ ਵੀ ਪਵੀ ਜਿਹੜੀ ਆ ਉਹ ਗਾ ਵੀ? ਪਾਪਾ ਨੂੰ ਮੈਂ ਇੰਗਲੈਂਡ ਤੋਂ ਆ ਕੇ ਦੱਸਿਆ, ਉਹ ਤੋਂ ਪਹਿਲਾਂ ਮੈਂ ਕਦੀ ਦੱਸਿਆ ਹੀ ਨਹੀਂ ਸੀ। ਉਹ ਤੋਂ ਪਹਿਲਾਂ ਮੈਂ ਕਦੀ ਵੀ, ਕਿਉਂਕਿ ਮੈਂ ਆਈ ਮੇਰੇ ਕੋਲ ਕੰਪਨੀਜ਼ ਲਾਈਨਡ ਅਪ ਸੀਗੀਆਂ, ਤੇ ਮੈਂ ਪਾਪਾ ਨੂੰ ਕਿਹਾ ਪਾਪਾ ਇੱਦਾਂ ਕੰਪਨੀਜ਼ ਹੈਗੀਆਂ, ਹਾਂ ਕੰਪਨੀਜ਼ ਘਰਾਂ ਨੂੰ ਕਾਲੀਆਂ ਵਾ ਕਿ ਆਪਾਂ ਤੇਰੇ ਪਾਪਾ ਨੂੰ ਕਨਵਿੰਸ ਕਰੀਏ। ਮੁੰਬਈ ਤੋਂ ਕੰਪਨੀ ਹੈਗੀ ਬਹੁਤ ਸੋਹਣੀ, ਮੈਂ ਕਿਹਾ ਉਹ ਵੀ ਕਹਿੰਦੇ ਆਪਾਂ ਤੇਰੇ ਪਾਪਾ ਨਾਲ ਵੀਡੀਓ ਕਾਲ ਕਰ ਲੈਂਦੇ ਆ, ਪਾਪਾ ਨੂੰ ਮਨਾ ਦਿੰਦੇ ਆ। ਬਾਲੀਵੁੱਡ ਦੇ ਅਰੀਜੀਤ ਸਿੰਘ ਨੂੰ ਉਹ ਮੈਨੇਜ ਕਰਦੇ ਡਿਜੀਟਲੀ, ਤੇ ਕਈ ਆਰਟਿਸਟ ਨੂੰ ਉਹ ਮੈਨੇਜ ਕਰਦੇ, ਅਰਮਾਨ ਮਲਿਕ ਨੂੰ ਉਹ ਮੈਨੇਜ ਕਰਦੇ। ਤੇ ਮੈਂ ਕਿਹਾ ਉਹ ਕਾਲੀਆਂ ਨੇ ਤੇ ਪਾਪਾ ਇੱਦਾਂ। ਪਾਪਾ ਨੇ ਮੈਨੂੰ ਇਸੇ ਗਾਰਡਨ 'ਚ ਬਿਠਾਇਆ ਪੁੰਜੇ, ਤੇ ਅਸੀਂ ਦੋਵੇਂ ਬਹਿ ਗਏ। ਫਿਰ ਪਾਪਾ ਨੇ ਮੈਨੂੰ ਉਹੀ ਕਿਹਾ ਪੁੱਤ ਨਹੀਂ ਇੱਦਾਂ ਉੱਦਾਂ, ਤੇ ਉਹ ਬਹੁਤ, ਪਾਪਾ ਵੀ ਆਪਣੀ ਜ਼ਿੱਦ ਤੇ ਮੈਂ ਵੀ ਆਪਣੀ ਜ਼ਿੱਦ ਤੇ, ਪਰ ਮੈਂ ਫਿਰ ਵੀ ਧੀ ਹਾਂ ਤਾਂ ਮੈਂ ਇੱਦਾਂ ਬੋਲਣਾ ਨਹੀਂ ਸੀ। ਬਟ ਯਾਰ ਪਾਪਾ ਨੂੰ ਆ ਕੇ ਮੈਂ ਕਿਹਾ, ਫਿਰ ਉਹੀ ਕਾਰਨ ਸੀਗਾ ਕਿ ਮੈਂ ਕੰਪਨੀਜ਼ ਨੂੰ ਅਪਰੋਚ, ਲਾਈਕ ਕੰਪਨੀਜ਼ ਨੂੰ ਕਹਿਤਾ ਓਕੇ ਬਾਏ ਆਮ ਸੌਰੀ ਆਈ ਕਾਂਟ ਡੂ ਇਟ। ਤੇ ਫਿਰ ਮੈਂ ਕਹਿ ਲਓ ਤੁਸੀਂ ਕਿ ਮਿਊਜ਼ਿਕ ਤਾਂ ਲਿਖਦੀ ਸੀਗੀ ਕਿਉਂਕਿ ਉਹ ਮੇਰੇ ਭਾਵਨਾਵਾਂ ਸੀਗੀਆਂ, ਬਟ ਮੈਂ ਇਹ ਛੱਡਤਾ ਕਿ ਮੈਂ ਕਰੂੰਗੀ। ਮੈਂ ਸੋਚਿਆ, ਮੈਂ ਕਿਹਾ ਨਹੀਂ ਕਰਨਾ, ਮੈਂ ਡੈਫੀਨੇਟਲੀ ਨਹੀਂ ਕਰਨਾ। ਮੇਰੇ ਬੈਸਟ ਫਰੈਂਡਸ, ਮੇਰੀਆਂ ਸਹੇਲੀਆਂ, ਮੇਰੇ ਦੋਸਤ, ਇਹਨਾਂ ਨੇ, ਕਿਉਂਕਿ ਸਾਰੇ ਬਚਪਨ ਤੋਂ ਸਪੋਰਟ ਕਰਦੇ ਆ, ਕਿਉਂਕਿ ਮੈਂ LPU ਬਹੁਤ ਸਟੇਜਸ 'ਤੇ ਗਾਇਆ ਤੇ ਮੈਨੂੰ ਟਰੋਫੀਜ਼ ਵਗੈਰਾ ਵੀ ਮਿਲੀਆਂ, ਤੇ ਕਈ ਕੰਪੀਟੀਸ਼ਨਸ ਮੈਂ ਜਿੱਤੇ ਆ। ਵੈਸਟਰਨ ਸਿੰਗਿੰਗ ਕਰਦੀ ਸੀ, ਇੰਗਲਿਸ਼ ਗਾਣੇ ਗਾਉਂਦੀ ਸੀ ਉਸ ਵੇਲੇ, ਤੇ ਮੇਰੇ ਦੋਸਤ ਸਹੇਲੀਆਂ ਮੈਨੂੰ ਪਹਿਲਾਂ ਤੋਂ ਸਪੋਰਟ ਕਰਦੇ, ਪੁਸ਼ ਕਰਦੇ, ਤੇ ਮੈਨੂੰ ਕਹਿੰਦੇ ਰਹੇ ਭਾਵੇਂ ਕੋਈ ਗੱਲ ਨਹੀਂ, ਦੇਖੀ ਕੋਈ ਨਾ ਕੋਈ ਰਸਤਾ ਨਿਕਲੂਗਾ, ਕੋਈ ਨਾ ਕੋਈ ਰਸਤਾ ਨਿਕਲ। ਕਹਿੰਦੇ ਜੇ ਰੱਬ ਨੇ ਤੈਨੂੰ
ਇਹ ਦਿੱਤਾ ਆ ਨਾ ਤੇ ਅੱਗੋਂ ਵੀ ਕੁਛ ਨਾ ਕੁਛ ਦਊਗਾ। ਤੇ ਉਹੀ ਗੱਲ ਹੋਈ, ਬਾਈ ਚਾਂਸ ਆਈ ਮੈਟ ਮਾਈ ਹਸਬੈਂਡ ਤੇ ਮੈਂ ਆਪਣੇ ਹਸਬੈਂਡ ਨੂੰ ਮਿਲੀ ਤੇ ਉਹ ਵੀ ਇਸੇ ਲਾਈਨ 'ਚ ਸੀਗੇ ਤੇ ਅਸੀਂ ਦੋਵੇਂ, ਸੋ ਸਾਡੀ ਨਾ ਇੱਕ ਟਿਊਨਿੰਗ ਜੀ ਬਹਿ ਗਈ। ਉਹ ਲਾਈਨ ਕਰਕੇ ਮਿਲ ਗਏ ਕਿ ਘਰਦੇ ਨੇ ਮਿਲਾਇਆ? ਦੋਵੇਂ ਕਹਿ ਲਓ। ਮੇਰੇ ਮੰਮਾ ਨੇ ਹੀ ਮੈਨੂੰ ਕਿਹਾ ਕਿ ਹੈ ਨਾ ਪਵੀ ਤੂੰ ਦੇਖ, ਇਹਨੂੰ ਕੰਸਿਡਰ ਕਰ। ਤੇ ਮੈਂ ਕਿਹਾ ਉਸ ਵੇਲੇ ਮੈਂ ਕਿਹਾ ਚਲੋ ਠੀਕ ਆ, ਇੰਨਾ ਨਾ ਮਤਲਬ ਦੇਖੇ ਆ ਰਿਸ਼ਤੇ ਵਗੈਰਾ ਦੇਖੇ ਆ, ਇਹ ਵੀ ਦੇਖ ਲੈਂਦੇ ਆ। ਬਟ ਮੈਨੂੰ ਨਹੀਂ ਸੀ ਪਤਾ ਮੇਰੇ ਮੰਮਾ ਮਿਊਜ਼ਿਕ ਕਰਕੇ ਕਹਿ ਰਹੇ ਆ। ਮੇਰੇ ਮੰਮਾ ਨੂੰ ਪਤਾ ਸੀ, ਮੈਨੂੰ ਨਹੀਂ ਸੀ ਨਾ ਆਈਡੀਆ ਕਿ ਇਹ ਮਿਊਜ਼ਿਕ ਵਿੱਚ ਇੰਨੇ ਹੈਗੇ ਆ ਕਿ ਨਹੀਂ ਹੈਗੇ। ਤੇ ਬਾਈ ਚਾਂਸ ਮੈਂ ਇਹਨਾਂ ਨੂੰ ਕੰਸੀਡਰ ਕੀਤਾ ਤੇ ਫਿਰ ਗੱਲਬਾਤ ਹੋਈ ਤੇ ਫਿਰ ਮਿਊਜ਼ਿਕ ਕਰਕੇ ਹੀ ਬੇਸਿਕਲੀ ਸਾਡੀ ਟਿਊਨਿੰਗ ਬੈਠੀ। ਹੁਣ ਫਿਰ ਕਿੰਨਾ ਸਪੋਰਟ ਕਰਦੇ? ਮੇਰੇ ਹਸਬੈਂਡ ਇੱਕ ਹੁੰਦੇ ਸਪੋਰਟਿਵ ਹਸਬੈਂਡ ਤੇ ਇੱਕ ਹੁੰਦੇ ਪੁਸ਼ਿੰਗ ਹਸਬੈਂਡ। ਅੱਜ ਕੱਲ੍ਹ ਸਪੋਰਟ, ਸਾਰੀ ਦੁਨੀਆ ਐਜੂਕੇਟਿਡ ਆ, ਸਾਰੇ ਸਪੋਰਟ ਕਰਦੇ ਆ। ਮੁੰਡੇ ਕਹਿ ਦਿੰਦੇ ਆ ਚਲੋ ਠੀਕ ਆ, ਤੂੰ ਵੀ ਪੜ੍ਹਿਆ ਵਾ, ਮੈਂ ਵੀ ਪੜ੍ਹਿਆ ਵਾ, ਤੂੰ ਇਹ ਕਰ ਲੈ, ਮੈਂ ਆਪਣਾ ਕਰੀ ਜਾਊਂਗਾ, ਹੈ ਨਾ। ਬਟ ਇੱਕ ਹੁੰਦਾ ਪੁਸ਼ਿੰਗ ਹਸਬੈਂਡ ਜਿਹੜਾ ਕਹੂਗਾ ਕੀ ਪ੍ਰੋਜੈਕਟ ਆ, ਓ ਮਾਈ ਗॉड ਆਹ ਵਧੀਆ ਪ੍ਰੋਜੈਕਟ ਆ, ਇਹੀ ਕਰਨਾ ਆਪਾਂ। ਸੋ ਇੱਕ ਪੁਸ਼ਿੰਗ ਹਸਬੈਂਡ ਵਾਸਤੇ ਆਈ ਵੁੱਡ ਸੇ ਕਿ ਮੈਂ ਬਹੁਤ ਲੱਕੀ ਹਾਂ। ਤੇ ਮੈਂ ਮੇਰੇ ਖਿਆਲ ਨਾਲ ਜਿਹੜੀਆਂ ਬਚਪਨ ਤੋਂ ਦੁਆਵਾਂ ਮੰਗੀਆਂ ਉਹ ਮੇਰੀਆਂ ਸੁਣੀਆਂ ਗਈਆਂ ਇਸੇ ਵੇ ਵਿੱਚ ਕਿ ਮੈਨੂੰ ਇੰਨੇ ਸਪੋਰਟਿਵ ਤੇ ਇੰਨੇ ਪੁਸ਼ਿੰਗ ਹਸਬੈਂਡ ਮਿਲੇ ਆ। ਸੋ ਮੇਰੇ ਹਸਬੈਂਡ ਨੇ ਪੂਰਾ ਪੁਸ਼ ਕੀਤਾ। ਉਹਦਾ ਕ੍ਰੈਡਿਟ ਮੈਂ ਦਊਂਗੀ ਮੇਰੇ ਇਨ-ਲॉज ਫੈਮਿਲੀ ਨੂੰ। ਮੇਰੇ ਗ੍ਰੈਂਡਫਾਦਰ ਇਨ ਲਾ ਹੀ ਇਜ਼ ਅ ਰਿਟਾਇਰਡ ਆਈ ਥਿੰਕ ਆਰਮੀ ਆਫਿਸਰ। ਤੇ ਉਹਨਾਂ ਦੀ ਜਿਹੜੀ ਥਿੰਕਿੰਗ ਹੈ ਨਾ, ਮੈਂ ਕਹੂੰਗੀ ਆਪਣੇ ਸ਼ਹਿਰੀਆਂ ਤੋਂ ਵੀ ਕਿਤੇ ਉੱਤੇ ਹੈ। ਆਪਣੇ ਸ਼ਹਿਰੀ ਥਿੰਕਿੰਗ ਵਿੱਚ ਰਹਿ ਜਾਂਦੇ ਆ ਸਗੋਂ, ਬਟ ਮੇਰੇ ਖਿਆਲ ਨਾਲ ਮੇਰੇ ਗ੍ਰੈਂਡਫਾਦਰ ਇਨ ਲਾ ਦੀ ਥਿੰਕਿੰਗ ਹੀ ਸਾਡੀ ਫੈਮਿਲੀ 'ਚ ਪਾਸ ਔਨ ਹੋਈ ਹੈ। ਮੇਰੇ ਫਾਦਰ ਇਨ ਲਾ ਉਹ ਵੀ ਬਹੁਤ ਸਪੋਰਟਿਵ ਨੇ, ਹੀ ਇਜ਼ ਲਾਈਕ ਵੈਰੀ ਸਪੋਰਟਿਵ। ਤੇ ਲਾਈਕ ਉਹ ਵੀ ਇੰਨਾ ਉਹਨਾਂ ਨੂੰ ਚਾਹ ਹੁੰਦਾ ਨਾ ਕਿਹੜਾ ਪ੍ਰੋਜੈਕਟ ਆ ਕਿੱਦਾਂ ਆ। ਫਿਰ ਮੇਰੇ ਆਈ ਥਿੰਕ ਸਾਰੇ ਇੱਕ ਮੈਂਬਰ ਫੈਮਿਲੀ ਦਾ ਦੇ ਆਰ ਵੈਰੀ ਸਪੋਰਟਿਵ ਇਨਕਲੂਡਿੰਗ ਮਾਈ ਹਸਬੈਂਡ। ਆਮ ਤੌਰ ਤੇ ਸਹੁਰੇ ਪਰਿਵਾਰ ਕਹਿੰਦਾ ਵੀ ਜਿਹੜੀ ਕੁੜੀ ਸਾਡੇ ਘਰ ਆਈ ਉਹ ਸਾਡੇ ਵਰਗੀ ਹੋ ਜੇ, ਬਟ ਯੂ ਆਰ ਵੈਰੀ ਰੋਟੀਆਂ ਪਕਾਵੇ, ਇਹ ਕਰੇ ਉਹ ਕਰੇ। ਬਟ ਨਹੀਂ, ਇਸ ਚੀਜ਼ 'ਚ ਮੈਂ ਕਹੂੰਗੀ ਕਿ ਮੈਂ ਬਹੁਤ ਲੱਕੀ ਹਾਂ ਕਿ ਸਿਰਫ ਇੱਥੇ ਤੱਕ ਹੀ ਲਿਮਿਟਡ ਨਹੀਂ ਹੈਗੀ। ਮੈਂ ਰੋਟੀਆਂ ਪਕਾਉਣ ਤੋਂ ਨਹੀਂ ਕਤਰਾਉਂਦੀ, ਰੋਟੀਆਂ ਵੀ ਪਕਾ ਲੈਂਦੀ ਹਾਂ। ਬਟ ਗੱਲ ਇੱਦਾਂ ਆ ਕਿ ਉਹ ਨਾ ਸਾਰਿਆਂ ਨੂੰ ਬਰਾਬਰ ਸਮਝਦੇ, ਮੁੰਡੇ ਕੁੜੀ 'ਚ ਫਰਕ ਨਹੀਂ ਕਰਦੇ ਮੇਰੇ ਇਨ-ਲॉज। ਉਹ ਕਹਿੰਦੇ ਜੇ ਰੋਟੀਆਂ ਕੁੜੀਆਂ ਨੇ ਪਕਾਉਣੀਆਂ ਮੁੰਡੇ ਵੀ। ਧੀ ਤੇ ਨੂੰਹ 'ਚ ਫਰਕ ਜਿਹੜਾ ਨਹੀਂ ਕਰਦੇ ਉਹ ਵੀ ਇੱਕ ਡਿਫਰੈਂਟ ਚੀਜ਼ ਹੁੰਦੀ। ਯਾ ਡੈਫੀਨਿਟਲੀ ਇੱਦਾਂ ਦਾ ਕੋਈ ਸੀਨ ਨਹੀਂ ਹੈਗਾ ਤੇ ਨਾ ਉਹ ਮੁੰਡੇ ਕੁੜੀ 'ਚ ਕਰਦੇ ਆ। ਤੇ ਮਤਲਬ ਤੁਹਾਨੂੰ ਜ਼ਿਆਦਾ ਜਿਹੜੀ ਸਪੋਰਟ ਉਦੋਂ ਮਿਲੀ ਜਦੋਂ ਪਾਰਟਨਰ ਮਿਲ ਗਿਆ, ਫੈਮਿਲੀ ਮਿਲ ਗਈ, ਫਿਰ ਤੁਸੀਂ ਜ਼ਿਆਦਾ ਅੱਗੇ ਆਏ। ਮੇਰਾ ਇੱਕ ਸਵਾਲ ਫਿਰ ਪਛਾਣ ਹੋ ਜਾਂਦਾ ਹੈ ਕਿ ਆਮ ਤੌਰ ਤੇ ਘਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਮਦਰਸ ਹੁੰਦੀਆਂ ਨੇ ਉਹ ਮੀਡੀਏਟਰ ਦਾ ਰੋਲ ਪਲੇ ਕਰਦੀਆਂ ਨੇ, ਸਾਨੂੰ ਵੀ ਬੜਾ ਖਿੱਚ ਕੇ ਰੱਖਦੀਆਂ ਨੇ ਤੇ ਫਾਦਰਸ ਨੂੰ ਵੀ ਸਮਝਾ ਦਿੰਦੀਆਂ ਨੇ। ਤੇ ਮਦਰ ਨੇ ਇਦਾਂ ਦੀਆਂ ਐਫਰਟਸ ਕਿੰਨੀਆਂ ਕੁ ਕੀਤੀਆਂ ਤੇ ਡੈਫੀਨਿਟਲੀ ਬਹੁਤ ਹੋਣਗੀਆਂ। ਹਾਂਜੀ ਡੈਫੀਨਿਟਲੀ ਆਈ ਥਿੰਕ ਲਾਈਫ ਦੇ ਹਰ ਪੁਆਇੰਟ ਤੇ ਇਦਾਂ ਦੀ ਸਿਚੁਏਸ਼ਨ ਮੇਰੇ ਖਿਆਲ ਨਾਲ ਮਹੀਨੇ ਮਗਰੋਂ ਹੀ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਕਿ ਮਦਰ ਨੂੰ ਮੀਡੀਏਟਰ ਬਣਨਾ ਹੀ ਪੈਂਦਾ। ਤੁਹਾਡੇ ਨਾਲ ਜ਼ਿਆਦਾ ਸਟਰਗਲ ਤੇ ਫਿਰ ਆਂਟੀ ਨੇ ਕੀਤੀ? ਡੈਫੀਨੇਟਲੀ ਦੇयर इज नो डाउट इन इट, देयर इज नो डाउट इन इट। नो मैटर ਕਿੱਥੇ ਵੀ ਪਹੁੰਚੀਏ, ਮੈਨੂੰ ਪਤਾ ਕਿ ਮੇਰੇ ਮੰਮਾ ਨੇ ਕਿੰਨੇ ਕੁ ਸੈਕਰੀਫਾਈਸਿਸ ਕੀਤੇ। ਮੈਂ ਵੀ ਦੇਖੋ ਜਦੋਂ ਬੱਚਾ ਟੀਨੇਜਰ ਹੁੰਦਾ ਆ, ਜਦੋਂ ਐਡੋਲੈਸੈਂਸ 'ਚ ਹੁੰਦਾ ਆ, ਉਹਦੇ ਵੀ ਮੂਡ ਸਵਿੰਗਸ ਹੁੰਦੇ ਆ। ਮੇਰੇ ਬਹੁਤ ਮੂਡ ਸਵਿੰਗ ਸੀ, ਪਲੱਸ ਮੇਰੇ ਕੋਲ ਮਿਊਜ਼ਿਕ ਸੀ, ਪਲੱਸ ਮੇਰੇ ਕੋਲ ਗਾਣੇ ਸੀਗੇ, ਮੇਰੇ ਕੋਲ ਰਿਸਪੌਂਸਿਬਿਲਿਟੀ ਸੀਗੀ ਗਾਣਿਆਂ ਨੂੰ ਲੈ ਕੇ। ਮੈਨੂੰ ਕਾਹਲੀ ਸੀ ਮੈਂ ਕਰਾਂ, ਉਸ ਕਹਿੰਦੇ ਨਾ ਸਬਰ ਸੁਬਰ ਨਹੀਂ ਸੀਗਾ ਉਸ ਵੇਲੇ ਹੁੰਦਾ ਹੀ ਨਹੀਂ ਕਿਸੇ ਬੱਚੇ 'ਚ। ਬਟ ਉਸ ਵੇਲੇ ਮੈਂ ਕਹੂੰਗੀ ਕਿ ਮਦਰ ਨੇ ਹੀ ਹਰ ਚੀਜ਼ਾਂ ਨੂੰ ਸਾਂਭਿਆ, ਇਨਕਲੂਡਿੰਗ ਦ ਮੂਡ ਸਵਿੰਗਸ, ਇਨਕਲੂਡਿੰਗ ਐਵਰੀ ਸਿੰਗਲ ਥਿੰਗ। ਤੇ ਹੁਣ ਵੀ ਮੀਡੀਏਟਰ ਉਹੀ ਬੰਦੇ ਨੇ, ਡੈਫੀਨੇਟਲੀ ਬਹੁਤ ਬੰਦੇ ਨੇ। ਮੈਂ ਬਿਫੋਰ ਇੰਟਰਵਿਊ ਉਹਨਾਂ ਨਾਲ ਗੱਲ ਕਰ ਰਹੀ ਸੀ ਔਰ ਮੈਂ ਉਹ ਖੁਸ਼ੀ ਵੀ ਉਹਨਾਂ ਦੇ ਚਿਹਰੇ ਤੇ ਮਹਿਸੂਸ ਕਰ ਰਹੀ ਸੀ। ਹਾਂ, ਸ਼ੀ ਇਜ਼ ਵੈਰੀ ਹੈਪੀ ਨਾਓ। ਅੱਛਾ, ਜਾਂਦੇ ਜਾਂਦੇ ਇੱਕ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਡ੍ਰੀਮਸ ਵੱਲ ਵੱਧ ਰਹੇ ਹੋ ਜੀ ਨਾ। ਬਹੁਤ ਇਦਾਂ ਦਾ ਮਾਹੌਲ ਸੀ ਕਿ ਫਾਦਰ ਸਪੋਰਟ ਨਹੀਂ ਕਰ ਰਹੇ, ਇੱਕ ਛੋਟੇ ਜਿਹੇ ਸ਼ਹਿਰ 'ਚੋਂ ਨਿਕਲਣਾ, ਇੰਗਲੈਂਡ ਚਲੇ ਜਾਣਾ, ਫਿਰ ਵਾਪਸੀ ਕਰਨੀ, ਬਹੁਤ ਮਿਹਨਤ ਕਰ ਰਹੇ ਹੋ। ਸਵਾਲ ਅਖੀਰਲਾ, ਜਿਹੜੀਆਂ ਕੁੜੀਆਂ ਘਰਾਂ 'ਚ ਬੈਠੀਆਂ ਨੇ, ਬਹੁਤ ਕੁਝ ਕਰਨਾ ਚਾਹੁੰਦੀਆਂ ਨੇ, ਫੈਮਿਲੀ ਸਪੋਰਟ ਨਹੀਂ ਕਰਦੀ, ਉਹਨਾਂ ਲਈ ਕੀ ਮੈਸੇਜ ਹੈ? ਜੇ ਤਾਂ ਤੁਹਾਡੇ ਅੰਦਰ ਹੈਗਾ ਪੈਸ਼ਨ, ਠੀਕ ਆ, ਤੇ ਜੇ ਤੁਸੀਂ ਉਸ ਪੈਸ਼ਨ ਨੂੰ ਕਹਿ ਲਓ ਰੋਟੀਆਂ ਖਵਾ ਵੱਡਾ ਕੀਤਾ ਆ ਨਾ, ਤੇ ਉਹ ਤੁਹਾਡਾ ਪੈਸ਼ਨ ਕਿਸੇ ਨਾ ਕਿਸੇ ਤਰ੍ਹਾਂ ਤਾਂ ਅੱਗੇ ਆਊਗਾ। ਜੇ ਉਹ ਤੁਸੀਂ ਸਾਂਭ ਕੇ ਰੱਖਿਆ, ਕਹਿੰਦੇ ਨਾ ਕਿ ਇਟ ਇਜ਼ ਲਾਈਕ ਅ ਮੈਜਿਕ ਬਾਲ, ਇੱਕ ਮੈਜਿਕ ਬਾਲ ਆ ਵਿਚ ਇਜ਼ ਇਨਸਾਈਡ ਯੂ,
ਸੋ ਉਹ ਚੀਜ਼ ਤੁਸੀਂ ਤੁਹਾਡੇ ਟਾਈਮ ਨਾਲ 3 ਤੋਂ 4 ਸਾਲ ਤੁਸੀਂ ਉਹਨੂੰ ਗਰੋ ਕਰੀ ਗਏ ਉਹਨੇ ਨਿਕਲਣਾ ਹੀ ਆ ਉਸ ਚੀਜ਼ ਨੇ ਨਿਕਲਣਾ ਹੀ ਨਿਕਲਣਾ। ਬਸ ਇੱਕ ਸਬਰ ਰੱਖਣਾ ਕੁੜੀਆਂ ਵਾਸਤੇ ਬਹੁਤ ਇੰਪੋਰਟੈਂਟ ਆ। ਹਰ ਕਹਿ ਲਓ ਇੱਕ ਤਾਂ ਨਾ ਆਪਣੀ ਡਿਪਲੋਮੈਸੀ ਕਹਿ ਲਓ ਜਾਂ ਆਪਣੀ ਜ਼ੁਬਾਨ ਕਹਿ ਲਈਏ ਕਿ ਕਨਵਿੰਸ ਕਰਨਾ ਵੀ ਆਉਣਾ ਚਾਹੀਦਾ ਆ। ਕੁਝ ਚੀਜ਼ਾਂ ਹੁੰਦੀਆਂ 80% ਆਫ ਦ ਪੀਪਲ ਆਈ ਥਿੰਕ ਕਨਵਿੰਸ ਕਰਕੇ ਹੀ ਮੰਨ ਜਾਂਦੇ ਆ। 20% ਹੁੰਦੇ ਜਿਨ੍ਹਾਂ ਨੂੰ ਜਿੰਨਾ ਮਰਜ਼ੀ ਕਨਵਿੰਸ ਕਰ ਲਓ ਨਹੀਂ, ਬਟ ਫਿਰ ਵੀ ਇੱਕ ਰੱਬ ਤੇ ਭਰੋਸਾ, ਠੀਕ ਆ, ਇੱਕ ਰੱਬ ਅੱਗੇ ਅਰਦਾਸ ਹੈ ਨਾ। ਆਪਣੇ ਗੁਰੂਆਂ ਨੇ ਕਿੰਨਾ ਕੁਝ ਕਿਹਾ, ਮੇਰੇ ਖਿਆਲ ਨਾਲ ਉਹੀ ਹੈ ਸੁਣਨ ਵਾਲਾ। ਉਹਨੇ ਹੀ ਤੁਹਾਨੂੰ ਮਿਹਨਤ ਦੀ ਦਾਤ ਦੇਣੀ ਆ, ਉਹਨੇ ਹੀ ਤੁਹਾਨੂੰ ਸੋਚ ਦੇਣੀ ਆ, ਉਹਨੇ ਹੀ ਤੁਹਾਨੂੰ ਹਿੰਮਤ ਦੇਣੀ ਆ ਹਰ ਚੀਜ਼ ਕਰਨ ਦੀ। ਉਹਨੇ ਹੀ ਮੈਨੂੰ ਹਿੰਮਤ ਦਿੱਤੀ, ਉਹਨੇ ਤੁਹਾਨੂੰ ਹਿੰਮਤ ਦਿੱਤੀ ਬੈਠਣ ਦੀ, ਹੈ ਨਾ। ਤੇ ਉਸ ਚੀਜ਼ 'ਤੇ ਭਰੋਸਾ ਤੇ ਸਬਰ ਤੇ ਪਲੱਸ ਆਪਣੀ ਪ੍ਰੈਪਰੇਸ਼ਨ, ਅੰਦਰੋਂ ਅੰਦਰ ਹੀ ਪ੍ਰਪੇਅਰ ਕਰੀ ਜਾਓ ਆਪਣੇ ਟੈਲੈਂਟ ਨੂੰ, ਆਪਣੇ ਪੈਸ਼ਨ ਨੂੰ। ਭਾਵੇਂ 4 ਸਾਲ ਲੱਗਣ, ਭਾਵੇਂ 5 ਸਾਲ ਲੱਗਣ, ਭਾਵੇਂ 10-11 ਸਾਲ ਲੱਗ ਜਾਣ ਮੇਰੇ ਵਾਂਗ, ਬਟ ਉਹ ਚੀਜ਼ ਬਾਹਰ ਨਿਕਲਦੀ। ਬਿਲਕੁਲ ਲਗਾਤਾਰ ਮਿਹਨਤ ਕਰੀ ਜਾਓ। ਟਾਈਮ ਮਤਲਬ ਫਲ ਦੀ ਇੱਛਾ ਨਾ ਕਰੋ, ਕਹਿੰਦੇ ਨਾ ਇੱਕ ਟਾਈਮ ਆਣਾ। ਤੁਸੀਂ ਮੈਨੂੰ ਪਤਾ ਕਿ ਅਪਸ ਐਂਡ ਡਾਊਨਸ ਹੁੰਦੇ ਆ, ਬੰਦਾ ਬੰਬ ਫੁੱਟਦੇ ਆ, ਕਦੋਂ ਹੋਊਗਾ, ਕੀ ਹੋਊਗਾ, ਕਦੋਂ ਵਾਰੀ ਆਊਗੀ, ਬਟ ਜਦੋਂ ਵਾਰੀ ਆਈ ਉਦੋਂ ਆ ਜਾਣੀ। ਤੇ ਆਈ ਥਿੰਕ ਉਹ ਆਉਣੀ ਵੀ ਸਹੀ ਟਾਈਮ 'ਤੇ, ਕਿਉਂਕਿ ਜਿਸ ਵੇਲੇ ਤੁਸੀਂ ਚਾਹੁੰਦੇ ਹੋ ਵਾਰੀ ਆਵੇ ਉਸ ਵੇਲੇ ਤੁਹਾਡਾ ਸੁਭਾਅ ਉਸ ਨਾਲ ਮੈਚ ਨਹੀਂ ਕਰਦਾ ਹੁੰਦਾ। ਜਦੋਂ ਤੁਹਾਡੀ ਵਾਰੀ ਆਉਂਦੀ ਉਦੋਂ ਤੁਹਾਡਾ ਸੁਭਾਅ ਉਵੇਂ ਦਾ ਹੋ ਜਾਂਦਾ ਹੈ ਕਿ ਤੁਸੀਂ ਕਾਮਯਾਬੀ ਨੂੰ ਹਾਸਲ ਕਰਕੇ ਸਾਂਭ ਸਕੋਗੇ। ਮੈਂ ਪਵੀ ਦੀ ਮੰਮਾ। ਪਵੀ ਨੂੰ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਬਹੁਤ ਸ਼ੌਂਕ ਆ ਸਿੰਗਿੰਗ ਦਾ। ਵੈਸਟਰਨ ਸੌਂਗ ਗਾਉਂਦੀ ਹੁੰਦੀ ਸੀ ਅਤੇ ਇਹਨੇ ਮੇਰੇ ਨਾਲ ਬਹਿ ਕੇ ਗੱਲਾਂ ਕਰਨੀਆਂ, ਮੈਨੂੰ ਸੌਂਗ ਸੁਣਾਉਣੇ ਅਤੇ ਮੇਰੇ ਕੋਲ ਵੀ ਸੁਣਨੇ। ਮੈਨੂੰ ਵੀ ਸਿੰਗਿੰਗ ਦਾ ਬਹੁਤ ਸ਼ੌਂਕ ਸੀ ਬਚਪਨ ਤੋਂ, ਪਰ ਮੈਂ ਕੀਤਾ ਨਹੀਂ। ਮੇਰੇ ਪੇਰੈਂਟਸ ਨੇ ਨਹੀਂ ਅਲਾਓ ਕੀਤਾ ਅਤੇ ਮੈਂ ਨਹੀਂ ਗਈ ਅੱਗੇ। ਪਰ ਮੈਂ ਚਾਹੁੰਦੀ ਹਾਂ ਕਿ ਮੇਰੀ ਕੁੜੀ ਅੱਗੇ ਜਾਵੇ ਅਤੇ ਮੇਰਾ ਨਾਂ ਰੋਸ਼ਨ ਕਰੇ। ਇਹਦਾ ਬਚਪਨ ਦਾ ਡਰੀਮ ਹੁੰਦਾ ਸੀ ਮੈਨੂੰ ਕਹਿਣਾ, ਮੰਮੀ ਮਾਈਲੀ ਸਾਇਰਸ ਆਉਂਦੀ ਨਾ ਆਪਣੇ ਪੇਰੈਂਟਸ ਦੇ ਨਾਲ, ਮੈਂ ਵੀ ਆਊਂਗੀ। ਪਵੀ ਜਦੋਂ ਕੁਝ ਗਾਣਾ ਲਿਖਦੀ ਹੈ ਤੇ ਕਿਹਨੂੰ ਦਿਖਾਉਂਦੀ ਸਭ ਤੋਂ ਪਹਿਲਾਂ? ਮੈਨੂੰ ਹੀ ਦਿਖਾਉਂਦੀ ਪਵੀ ਪਹਿਲਾਂ, ਸਭ ਤੋਂ ਪਹਿਲਾਂ ਗਾਣਾ ਲਿਖਦੀ, ਫਿਰ ਮੈਨੂੰ ਕਹੂਗੀ ਮੰਮਾ ਸੁਣੀਓ ਜਰਾ, ਇਹ ਸੋਹਣਾ ਲੱਗਦਾ। ਫਿਰ ਮੈਂ ਇਹਨੂੰ ਦੱਸਦੀ ਹੁੰਦੀ, ਮੰਮੀ ਇਹ ਠੀਕ ਆ, ਵਧੀਆ ਲੱਗਦਾ ਪਿਆ, ਇਹ ਕਰ ਲੈ ਕੰਪਲੀਟ ਆਪਣਾ ਸੌਂਗ। ਸਿਰਫ ਧੀ ਦਾ ਦਿਲ ਹੀ ਰੱਖਦੇ ਹੋ ਜਾਂ ਫਿਰ ਸੱਚੀ ਵਧੀਆ ਲੱਗਦਾ ਤੇ ਵਧੀਆ ਕਹਿੰਦੇ ਹੋ? ਨਹੀਂ ਵਧੀਆ ਲੱਗਦਾ, ਧੀ ਦਾ ਦਿਲ ਨਹੀਂ ਰੱਖਦੀ, ਮੈਨੂੰ ਵਧੀਆ ਲੱਗਦਾ। ਫਿਰ ਮੈਂ ਇਹਨੂੰ ਕਹਿੰਦੀ ਹੁੰਦੀ ਆ ਕਿ ਪਵੀ ਇਹ ਠੀਕ ਆ। ਜਿੱਥੇ ਮੈਨੂੰ ਲੱਗੇ ਕਿ ਨਹੀਂ ਠੀਕ ਕਰਦੀ ਵੀ, ਫਿਰ ਮੈਨੂੰ ਕਹਿ ਵੀ ਦਿੰਦੀ, ਪਵੀ ਆ ਵਧੀਆ ਨਹੀਂ ਲੱਗਾ, ਇਹਨੂੰ ਨਾ ਲਿਖੀ। ਫਿਰ ਇਹ ਲਿਖਦੀ ਵੀ ਨਹੀਂ ਗੀ। ਹਾਂ, ਦੋਵੇਂ ਮਾਵਾਂ ਧੀਆਂ ਬਹਿ ਕੇ ਗਾ ਲੈਂਦੀਆਂ? ਹਾਂਜੀ ਬਿਲਕੁਲ, ਡਰਾਇੰਗ ਰੂਮ 'ਚ ਹੀ ਬਹਿ ਕੇ ਗਾਈਦਾ। ਇਨ ਫਿਊਚਰ ਆਪਣੀ ਧੀ ਨੂੰ ਕਿੱਥੇ ਵੇਖਣਾ ਚਾਹੁੰਦੇ ਹੋ? ਮੈਂ ਆਪਣੀ ਧੀ ਨੂੰ ਬੁਲੰਦੀਆਂ ਤੇ ਦੇਖਣਾ ਚਾਹੁੰਦੀ, ਟੌਪ ਤੇ ਦੇਖਣਾ ਚਾਹੁੰਦੀ ਹਾਂ। ਵਾਹਿਗੁਰੂ ਇਹਨੂੰ ਇੱਦਾਂ ਹੀ ਖੁਸ਼ੀਆਂ ਬਖਸ਼ਣ ਤੇ ਤਰੱਕੀਆਂ ਬਖਸ਼ਣ। ਪਵੀ ਦੀ ਸਭ ਤੋਂ ਚੰਗੀ ਆਦਤ ਕਿਹੜੀ ਹੈ? ਪਵੀ ਦੀ ਸਭ ਤੋਂ ਚੰਗੀ ਆਦਤ ਇਹ ਹੈ ਕਿ ਉਹ ਕੋਈ ਗੱਲ ਮੇਰੇ ਤੋਂ ਛੁਪਾਉਂਦੀ ਨਹੀਂ, ਹਰ ਗੱਲ ਮੇਰੇ ਨਾਲ ਸ਼ੇਅਰ ਕਰਦੀ ਹੈ, ਭਾਵੇਂ ਜਿਹੜੀ ਮਰਜ਼ੀ ਹੋਵੇ। ਪਵੀ ਜਦੋਂ ਸਭ ਲੋ ਫੀਲ ਕਰਦੀ ਜਾਂ ਕੋਈ ਉਹਨੂੰ ਗੱਲ ਨਾ ਡਿਪਰੈਸ ਕਰਦੀ ਹੁੰਦੀ ਹੈ ਤਾਂ ਉਹ ਮੇਰੇ ਨਾਲ ਹੀ ਆ ਕੇ ਸ਼ੇਅਰ ਕਰਦੀ, ਮੰਮਾ ਆਹ ਗੱਲ ਮੈਨੂੰ ਠੀਕ ਨਹੀਂ ਲੱਗੀ, ਮੰਮਾ ਇੱਦਾਂ ਹੁੰਦਾ ਪਿਆ। ਫਿਰ ਮੈਂ ਉਹਦੇ ਨਾਲ ਸਾਰੀ ਗੱਲ ਸ਼ੇਅਰ ਕਰਦੀ ਹਾਂ, ਫਿਰ ਉਹ ਖੁਸ਼ ਹੋ ਜਾਂਦੀ, ਉਹਦਾ ਬ੍ਰੇਨ ਇੱਕਦਮ ਫਰੈਸ਼ ਹੋ ਜਾਂਦਾ। ਮਾਵਾਂ ਧੀਆਂ ਦੋਨੋਂ ਇੱਕ ਅਸੀਂ ਚੰਗੀਆਂ ਹੀ ਸਹੇਲੀਆਂ ਬਣ ਕੇ ਰਹਿੰਦੀਆਂ। ਅਤੇ ਹੋਰ ਮੈਂ ਤੁਹਾਨੂੰ ਕੀ ਦੱਸਾਂ, ਅਸੀਂ ਹੈਗੇ ਹੀ ਫਰੈਂਡਸ ਹੀ ਹਾਂ। ਜੇ ਪਵੀ ਦੀ ਮਾਂ ਉਹਨੂੰ ਸਪੋਰਟ ਨਾ ਕਰਦੀ ਤੇ ਜਿੱਥੇ ਉਹ ਅੱਜ ਹੈਗੀ ਉੱਥੇ ਹੁੰਦੀ? ਚਲੋ ਮੈਂ ਤਾਂ ਅੰਦਰੋਂ ਅੰਦਰ ਹੀ ਸਪੋਰਟ ਕਰਦੀ ਸੀ ਕਿ ਪਵੀ ਤੂੰ ਘਰ ਦੇ ਨਹੀਂ ਸੀ ਮੰਨਦੇ ਹੁੰਦੇ ਕਿ ਚਲੋ ਵੀ ਨਹੀਂ ਕੁੜੀਆਂ ਜਾਂਦੀਆਂ, ਚਲੋ ਠੀਕ ਆ, ਉਹਨਾਂ ਦੇ ਵੀ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਉਹ ਵੀ ਠੀਕ ਹੀ ਕਹਿੰਦੇ ਸੀਗੇ ਕਿ ਚਲੋ ਹੁਣ ਇਹ ਆਪਣੇ ਇਨ-ਲॉज 'ਚ ਚਲੀ ਗਈ ਆ, ਮੈਂ ਖੁਸ਼ ਹਾਂ। ਇਹਦੇ ਹਸਬੈਂਡ ਵੀ ਸਪੋਰਟਿਵ ਆ, ਇਹਦੀ ਫੈਮਿਲੀ ਵੀ ਸਾਰੀ ਸਪੋਰਟਿਵ ਹੀ ਆ। ਹਾਂਜੀ, ਮੈਂ ਬਿਲੋਂਗ ਪਿੰਡ ਨੰਗਲਵਾਣਾ, ਡਿਸਟ੍ਰਿਕਟ ਕਪੂਰਥਲਾ, ਉੱਥੇ ਰਹਿਣ ਵਾਲਾ। ਇਹ ਸਾਡੀ ਬੇਟੀ ਹੈ, ਇਹਦਾ ਨਾਂ ਪਵਨੀਤ ਕੌਰ ਹੈ। ਇਹਨਾਂ ਦੇ ਕੋਲ ਸੁਪਨੇ ਸੀ, ਉਹਨਾਂ ਦੇ ਸੁਪਨਿਆਂ ਦੇ ਮੁਤਾਬਕ ਅਸੀਂ ਇਹਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਤੇ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਕਰਨ ਤੋਂ ਬਾਅਦ ਇਹਨਾਂ ਦਾ ਸ਼ੌਂਕ ਸੀ ਮਿਊਜ਼ਿਕ ਸਾਈਡ ਵੱਲ। ਮੇਰੀ ਪੂਰੀ ਫੈਮਿਲੀ, ਮੇਰਾ ਬੇਟਾ, ਪੋਤਰੇ ਮੇਰੇ, ਮੈਂ, ਸਾਰੀ ਸਾਡੀ ਫੈਮਿਲੀ ਨਾਲ ਇਹਨੂੰ ਸਾਥ ਦਿੱਤਾ। ਸਾਥ ਦੇਣ ਤੋਂ ਬਾਅਦ ਬੇਟਾ ਤੂੰ ਅੱਗੇ ਵਧ ਔਰ ਸਾਡਾ ਨਾਂ ਰੋਸ਼ਨ ਕਰ, ਸਾਡੇ ਪਿੰਡ ਦਾ ਨਾਂ ਰੋਸ਼ਨ ਕਰ। ਅਤੇ ਅਸੀਂ ਹਰ ਟਾਈਮ ਇਹ ਨਾਲ ਤਿਆਰ ਹੈ ਔਰ ਇਹਦੀ ਪੂਰੀ ਸਪੋਰਟ ਕਰਾਂਗੇ, ਹਰ ਕੰਮ ਤੋਂ ਸਪੋਰਟ ਕਰਾਂਗੇ। ਜਿੱਥੇ ਵੀ ਕਹੂਗੀ ਉੱਥੇ ਅਸੀਂ ਨਾਲ ਜਾਵਾਂਗੇ ਇਹਦੇ। ਔਰ ਇਹਨਾਂ ਦੇ ਹਸਬੈਂਡ ਸਰਦਾਰ ਲਵਪ੍ਰੀਤ ਸਿੰਘ ਕੈਨੇਡਾ, ਦੇਵਰ ਨਵਪ੍ਰੀਤ ਸਿੰਘ, ਉਹ ਮਤਲਬ ਡੈਡੀ ਸਰਦਾਰ ਜਤਿੰਦਰ ਸਿੰਘ ਵੀ, ਇਹਨਾਂ ਦੀ ਮੰਮੀ ਮਦਰ ਇਨ ਲਾ ਜਗਜੀਤ ਕੌਰ ਉਹਦਾ ਨਾਮ। ਸਾਰਾ ਪਰਿਵਾਰ ਸਾਡਾ ਸਪੋਰਟ ਕਰਦਾ। ਮੇਰੇ ਭੈਣ ਭਰਾ ਉਹ ਵੀ ਸਪੋਰਟ ਇਹਨੂੰ ਬਹੁਤ ਕਰ ਰਹੇ ਆ, ਬਹੁਤ ਦਿਲੋਂ ਚਾਹੁੰਦੇ ਆ।
ਨੇਚਰ ਇਹਦਾ ਸ਼ੌਂਕ ਇਹਦਾ ਗਾਉਣ ਦਾ। ਹਾਂਜੀ, ਇਹਦੇ ਜਿਸ ਤਰ੍ਹਾਂ ਇਹ ਕਹਿੰਦੀ ਹੈ ਉਹਦੇ ਮੁਤਾਬਕ ਅਸੀਂ ਚੱਲਾਂਗੇ, ਇਹਦਾ ਸਾਥ ਦੇਵਾਂਗੇ। ਪਰਿਵਾਰ ਦੇ ਵਿੱਚ ਬਹੁਤ ਵਧੀਆ ਰਹਿੰਦੇ ਆ, ਘੁਲ ਮਿਲ ਕੇ ਰਹਿੰਦੇ ਆ। ਇਹਨੂੰ ਇਹ ਨੂੰਹਾਂ ਧੀਆਂ ਵਾਲਾ ਕੋਈ ਨਹੀਂ, ਮੈਂ ਇਹਨਾਂ ਦੀ ਨੂੰਹ ਆ ਜਾਂ ਕਿੱਦਾਂ ਵੀ ਹੈ, ਇਹ ਬੇਟੀ ਵਾਲਾ ਦਰਜਾ ਦੇ ਰਹੇ ਮਾਂ ਪਿਓ ਨੂੰ। ਹਾਂਜੀ ਹਾਂ, ਇਹ ਵੀ ਬੇਟੀ ਬਣ ਕੇ ਦਿਖਾਉਂਦੀ ਹੈ, ਬਹੁਤ ਜ਼ਿਆਦਾ ਪਿਆਰ ਕਰਦੀ ਹੈ, ਹੱਥੋਂ ਸਾਰੇ ਪਰਿਵਾਰ ਨਾਲ ਪਿਆਰ ਕਰਦੀ ਹੈ ਜੀ ਜਾਨ ਤੋਂ। ਕੋਈ ਗੁੱਸੇ ਵਿੱਚ ਨਹੀਂ, ਕੋਈ ਗੁੱਸਾ ਨਹੀਂ ਇਹਦੇ ਵਿੱਚ, ਨਹੀਂ ਹੱਸ ਕੇ ਬੋਲਦੀ ਹੈ। ਮਤਲਬ ਜਿਸ ਤਰ੍ਹਾਂ ਬੋਲਦੀ ਹੈ ਮੂੰਹ ਦੇ ਵਿੱਚੋਂ ਫੁੱਲ ਖਿੜਦੇ ਆ। ਦਿਲ ਕਰਦਾ ਇਹਨਾਂ ਦੀਆਂ ਗੱਲਾਂ ਸੁਣਦੇ ਰਹੀਏ। ਬਿਲਕੁਲ ਬਿਲਕੁਲ, ਪਵੀ ਦਾ ਕਹਿਣਾ ਹੈ ਵੀ ਲਗਾਤਾਰ ਮਿਹਨਤ ਕਰਦੇ ਰਹੋ, ਮੰਜ਼ਿਲ ਤੁਹਾਨੂੰ ਮਿਲ ਜਾਂਦੀ ਹੈ। ਅ ਬਿਗ ਥੈਂਕਸ ਪਵੀ। ਥੈਂਕਸ ਟੂ ਯੂ ਸਵਲੀਨ। ਇਹ ਜਿਹੜੇ ਸ਼ਖਸ ਨੂੰ ਅਸੀਂ ਤੁਹਾਨੂੰ ਮਿਲਾਇਆ ਹੈ, ਤੁਸੀਂ ਦੇਖ ਲਿਆ ਵੀ ਜਦੋਂ ਬੰਦਾ ਮਿਹਨਤ ਕਰਦਾ ਹੈ ਤੇ ਪੂਰੀ ਕਾਇਨਾਤ ਇਕੱਠੀ ਹੋ ਜਾਂਦੀ ਹੈ ਤੁਹਾਨੂੰ ਤੁਹਾਡਾ ਏਮ ਦੇਣ ਵਾਸਤੇ, ਤੁਹਾਨੂੰ ਤੁਹਾਡੀ ਮੰਜ਼ਿਲ ਦੇਣ ਵਾਸਤੇ। ਇਸੇ ਤਰ੍ਹਾਂ ਦੀਆਂ ਇੰਟਰਵਿਊਜ਼ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।